गुरु प्यारी संगत जी, जय गुरु जी। परमपिता परमेश्वर गुरु जी महाराज के श्री चरणों में कोटि कोटि प्रणाम करते हुए आज के 3 PM सत्संग की शुरुआत करते हैं संगत जी। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी महाराज। अनंतम अनंतम शुक्राना गुरु जी महाराज। गुरु प्यारी संगत जी, जैसा कि आप सभी संगत जी जानते हैं, 3 PM सत्संग में हम आप सभी संगत जी के ऑडियो सत्संग, जो कि परमपिता परमेश्वर गुरु जी महाराज का पावन शुक्राना संकेत संदेश आप सभी संगत जी स्वयं की आवाज़ में रिकॉर्ड कर हमें व्हाट्सएप पर सेंड करते हैं संगत जी। गुरु जी महाराज की असीम कृपा से ही हम ऑडियो को प्रोसेस करते हैं, वीडियो बनाते हैं और आप सभी संगत जी के बीच, पूरे संगत परिवार के बीच शेयर करते हैं। गुरु प्यारी संगत जी, आप सभी संगत परिवार के रिटर्न सत्संग 7 PM सत्संग चैनल में शेयर किए जाते हैं और लाइव सत्संग 9 PM पर शेयर किए जाते हैं। सत्संग शेयरिंग करने से संबंधित सभी जानकारी वीडियो के डिस्क्रिप्शन में दी गई है संगत जी। जय गुरु जी महाराज। अनंतम अनंतम शुक्राना गुरु जी महाराज। गुरु प्यारी संगत जी, सत्संग के अंत में गुरु जी महाराज का पावन मंत्र जाप जरूर करेंगे। अभी आप सुनने जा रहे हैं आज का पहला सत्संग, जो कि हमें व्हाट्सएप पर ऑडियो फाइल के रूप में प्राप्त हुआ है। संगत जी के व्हाट्सएप के लास्ट 4 डिजिट्स हैं 7140। जय गुरु जी महाराज। अनंतम अनंतम शुक्राना गुरु जी महाराज। ਗੁਰੂ ਪਿਆਰੀ ਸੰਗਤ ਜੀ, ਗੁਰੂ ਜੀ ਦੀ ਬੇਟੀ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸਤਸੰਗ ਸ਼ੇਅਰ ਕਰਨ ਲੱਗੀ ਹਾਂ। ਜੋ ਮੇਰੇ ਗੁਰੂ ਪਾਪਾ ਬੁਲਾਉਣਗੇ ਉਹੀ ਮੈਂ ਬੋਲ ਸਕਦੀ ਹਾਂ। ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਹੈ ਸਭ ਕੁਛ। ਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਸਭ ਤੋਂ ਪਹਿਲੇ ਗੁਰੂ ਜੀ ਦੇ ਮੰਤਰ ਦੇ ਨਾਲ ਸ਼ੁਰੂ ਕਰਦੇ। ਓਮ ਨਮः ਸ਼ਿਵਾय। शिव जी सदा सहाय। ओम नमः शिवाय। गुरु जी सदा सहाय। जय गुरु जी। शुकराना गुरु जी। ਗੁਰੂ ਜੀ ਦੀ ਬੇਟੀ 2024 ਵਿੱਚ ਫਰਵਰੀ ਮਾਰਚ ਦੇ ਵਿੱਚ ਗੁਰੂ ਜੀ ਨੇ ਆਪਣੀ ਸੰਗਤ ਦੇ ਨਾਲ ਜੋੜਿਆ ਮੈਨੂੰ ਉਸ ਤੋਂ ਪਹਿਲੇ ਕੁਛ ਵੀ ਗੁਰੂ ਜੀ ਹੁਣਾਂ ਬਾਰੇ ਕੁਛ ਨਹੀਂ ਸੀ ਪਤਾ। ਤੇ ਮੈਂ ਬਹੁਤ ਸਾਲਾਂ ਤੋਂ ਬਹੁਤ ਪ੍ਰੋਬਲਮ ਦਾ ਗੁਜ਼ਰ ਰਹੀ ਸੀ। ਇਸ ਟਾਈਮ ਤੇ ਬਸ ਹੀ ਹੋ ਚੁੱਕੀ ਸੀ। ਤੇ ਸੰਗਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੇਰਾ ਬੇਟਾ ਮੈਨੂੰ ਕੁਛ ਸਾਲਾਂ ਤੋਂ ਛੱਡ ਕੇ ਚਲੇ ਗਿਆ ਸੀ। ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਮੈਂ ਆਪਣੇ ਹੱਥਾਂ ਦੇ ਨਾਲ ਪਾਲਿਆ ਗੁਰੂ ਜੀ ਦੀ ਕਿਰਪਾ ਦੇ ਨਾਲ। ਬੜਾ ਹੋਇਆ ਤੇ ਪਤਾ ਨਹੀਂ ਕੀ ਹੋਇਆ, ਬਸ ਉਹ ਛੱਡ ਕੇ ਚਲੇ ਗਿਆ। ਉਸ ਤੋਂ ਬਾਅਦ ਜਿੱਥੇ ਵੀ ਕਿਸੇ ਨੇ ਕਿਹਾ, ਪੰਡਤਾਂ ਦੇ ਥਰੂ, ਜੋ ਵੀ ਬਾਬੇ ਨੇ, ਜੋ ਕਿਸੇ ਨੇ ਪੂਜਾ ਪਾਠਾ ਕੀ ਬੋਲਿਆ, ਮਤਲਬ ਮੈਂ ਸਭ ਕੁਛ ਕਰਵਾਇਆ, ਬਹੁਤ ਪੈਸਾ ਲਗਾਇਆ, ਪਰ ਕਿਸੇ ਪਾਸਿਓਂ ਕੁਛ ਵੀ ਚੰਗੀ ਖਬਰ ਨਹੀਂ ਆਈ। ਧੋਖਾ ਹੀ ਮਿਲਿਆ ਸਾਰੇ ਪਾਸਿਆਂ ਤੋਂ। ਬਸ ਮੈਂ ਕਿਸੇ ਦਾ ਕੁਛ ਮਾੜਾ ਨਹੀਂ ਕੀਤਾ, ਆਪਣੇ ਚੰਗੇ ਲਈ ਬਸ ਇਹ ਸੀ ਕਿ ਮੇਰਾ ਬੇਟਾ ਵਾਪਸ ਆ ਜਾਏ, ਮੇਰਾ ਬੇਟਾ ਵਾਪਸ ਆ ਜਾਏ। ਪਰ ਕੁਛ ਨਹੀਂ ਹੋਇਆ। ਇੱਕ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ, ਪਰ ਜੇ ਨਹੀਂ, ਜਾਂ ਕੋਈ ਪੰਡਤ ਹੈ, ਕੋਈ ਬਾਬੇ ਵੀ, ਜੇ ਉਹਨਾਂ ਕੋਲ ਨਹੀਂ ਕੰਮ ਹੁੰਦਾ ਤੇ ਉਹਨਾਂ ਨੂੰ ਇਸ ਤਰ੍ਹਾਂ ਧੋਖਾ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਅਸੀਂ ਨਹੀਂ ਕੰਮ ਕਰ ਸਕਦੇ। ਪਰ ਨਹੀਂ, ਚਲੋ ਉਹ ਅਜੇ ਤੱਕ ਵੀ ਉਹਨਾਂ ਦਾ ਇਹ ਸੀ ਕਿ ਬਸ ਤੁਸੀਂ ਹੋਰ ਪੈਸੇ ਦੇਈ ਜਾਓ, ਕੰਮ ਹੋਏਗਾ ਹੋਏਗਾ ਹੋਏਗਾ। ਪਰ ਨਹੀਂ, ਪਰ ਗੁਰੂ ਜੀ ਹੁਣਾਂ ਨੂੰ ਪਤਾ ਚੱਲ ਗਿਆ ਕਿ ਹੁਣ ਮੇਰੀ ਬੇਟੀ ਤਾਂ ਸਾਰਾ ਪੈਸਾ ਲਗਾ ਚੁੱਕੀ ਹੈ, ਸਭ ਕੁਛ ਸਾਰੇ ਪਾਸਿਆਂ ਤੋਂ ਹਾਰ ਚੁੱਕੀ ਹੈ। ਗੁਰੂ ਜੀ ਨੇ ਮੈਨੂੰ ਆਪਣੀ ਸੰਗਤ ਦੇ ਨਾਲ ਜੋੜਿਆ। ਗੁਰੂ ਜੀ ਦੇ ਸਤਸੰਗ YouTube 'ਤੇ ਸ਼ੇਅਰ ਹੋਣ ਲੱਗ ਪਏ ਤੇ ਮੈਂ ਸੁਣਨ ਲੱਗ ਪਈ। ਜਦੋਂ ਮੈਂ ਸੁਣਦੀ ਮੈਨੂੰ ਮਤਲਬ ਦਿਨ ਦੇ ਪਤਾ ਨਹੀਂ ਕਿੰਨੇ ਕੁ ਮੈਂ ਸਤਸੰਗ ਸੁਣ ਲੈਂਦੀ ਸੀ। ਮੈਨੂੰ ਪਤਾ ਹੀ ਨਹੀਂ ਚੱਲਦਾ ਸੀ। ਕੰਮ 'ਤੇ ਵੀ ਮੈਂ ਸੁਣਦੀ ਰਹੀ ਸੀ। ਬਸ ਗੁਰੂ ਜੀ ਦੇ ਸਤਸੰਗ ਸੁਣਦੇ ਬਸ ਉਹਨਾਂ ਦੇ ਵਿੱਚ ਵੀ ਮੈਂ ਮਗਨ ਹੋ ਜਾਂਦੀ ਸੀ। ਪਰ ਸੰਗਤ ਜੀ, ਮੇਰੇ ਨਾਲ ਉਹੀ ਹੁੰਦਾ ਸੀ ਜੋ ਵੀ ਮੈਂ ਸੋਚਦੀ ਹੁੰਦੀ ਸੀ। ਫਿਰ ਮੈਂ ਇਹ ਸੋਚਣਾ ਕਿ ਦੂਸਰੇ ਦਿਨ ਚਲੋ ਜੋ ਵੀ ਮੈਨੂੰ ਸਤਸੰਗ ਆਏਗਾ ਮੈਂ ਦੇਖਾਂਗੀ ਕਿ ਮੇਰੀ ਸੋਚ ਦੇ ਮੁਤਾਬਕ ਜਾਂ ਕੁਛ ਵੀ, ਜਾਂ ਮੇਰੇ ਨਾਲ ਜਿਸ ਤਰ੍ਹਾਂ ਵਾਪਰਦਾ
ਉਸੇ ਤਰ੍ਹਾਂ ਹੀ ਹੁੰਦਾ ਸੀ ਸੰਗਤ ਜੀ, ਉਹੋ ਜਿਹਾ ਹੀ ਸਤਸੰਗ ਮੈਨੂੰ ਸ਼ੇਅਰ ਹੁੰਦਾ ਸੀ। ਪਰ ਮੈਂ ਇਸ ਤਰ੍ਹਾਂ ਫਿਰ ਬਹੁਤ ਹੈਰਾਨ ਹੁੰਦੀ ਗਈ ਕਿ ਇਹ ਕਿਹੜੇ ਗੁਰੂ ਜੀ ਆ ਕਿ ਜੋ ਵੀ ਮੈਂ ਸੋਚਦੀ ਹਾਂ ਉਹੋ ਜਿਹਾ ਸਤਸੰਗ ਮੈਨੂੰ ਆ ਜਾਂਦਾ। ਅਤੇ ਫਿਰ ਸੰਗਤ ਜੀ ਬਸ ਫਿਰ ਥੋੜ੍ਹੇ ਦਿਨਾਂ ਬਾਅਦ ਮੇਰੇ ਮਨ 'ਚ ਆਉਣ ਲੱਗ ਪਿਆ ਕਿ ਮੈਂ ਪਤਾ ਨਹੀਂ ਅੱਗੇ ਬਹੁਤ ਧੋਖਾ ਖਾਧਾ ਕਿ ਸ਼ਾਇਦ ਮੈਂ ਹੁਣ ਵੀ ਕਿਸੇ ਗਲਤ ਪਾਸੇ ਤਾਂ ਨਹੀਂ ਲੱਗ ਗਈ। ਮੈਨੂੰ ਤਾਂ ਗੁਰੂ ਜੀ ਬਾਰੇ ਕੁਛ ਪਤਾ ਨਹੀਂ ਗਾ, ਕਿਉਂਕਿ ਮੈਂ ਸਿੱਖ ਫੈਮਿਲੀ ਦੇ ਵਿੱਚੋਂ, ਅਤੇ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਦਾ। ਬਾਣੀ ਦੇ ਨਾਲ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੀ, ਸਾਰੇ ਧਰਮ ਚੰਗੇ ਆ, ਕੋਈ ਨਹੀਂ ਮਾੜਾ, ਕੋਈ ਵੀ ਨਹੀਂ ਮਾੜਾ, ਸਭ ਧਰਮ ਚੰਗੇ ਆ। ਅਤੇ ਪਰ ਸਾਰੇ ਮੈਨੂੰ ਕਹਿ ਦਿੰਦੇ ਸੀ ਕਿ ਨਹੀਂ ਤੂੰ ਪੰਡਤਾਂ ਦੇ ਚੱਕਰਾਂ ਦੇ ਵਿੱਚ ਪੈ ਗਈ ਆ, ਤੂੰ ਇਸ ਤਰ੍ਹਾਂ। ਪਰ ਜਦੋਂ ਆਪਣਾ ਜਵਾਨ ਬੱਚਾ ਕਿਸੇ ਮਾਂ ਨੇ ਖੋਹ ਲਿਆ ਹੋਵੇ ਤਾਂ ਉਸਨੂੰ ਜੋ ਵੀ ਕੋਈ ਰਸਤਾ ਦਿਖਾਏ ਤਾਂ ਉਹ ਉਸੇ ਪਾਸੇ ਤੁਰ ਜਾਂਦਾ। ਪਰ ਇੰਨਾ ਮੈਨੂੰ ਪਤਾ ਕਿ ਮੈਂ ਗੁਰੂ ਜੀ ਦੀ ਕਿਰਪਾ ਦੇ ਨਾਲ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ। ਸਿਰਫ ਇਹੋ ਸੀ ਕਿ ਮੇਰਾ ਬੱਚਾ ਵਾਪਸ ਆ ਜਾਏ, ਮੇਰਾ ਬੱਚਾ ਵਾਪਸ ਆ ਜਾਏ। ਨਹੀਂ ਸੰਗਤ ਜੀ, ਜਿੱਥੇ ਵੀ ਮਤਲਬ ਕਿਤੇ ਵੀ ਕਿਸੇ ਨੇ ਪੁੱਛਿਆ ਉਸੇ ਕਹਿੰਦੇ ਸੀ ਬਹੁਤ ਉਹਦੇ ਭਾਰੀ ਹੋਇਆ, ਕਾਲਾ ਜਾਦੂ ਹੋਇਆ। ਇਹ ਤਾਂ ਸੰਗਤ ਜੀ ਕੁਛ ਨਹੀਂ ਪਤਾ ਇਹ ਕਾਲੇ ਜਾਦੂ ਕੀ ਆ, ਕੌਣ ਕਿੱਦਾਂ ਕਰਦੇ, ਕਿਉਂ ਕਰਦੇ ਆ। ਲੋਕੀ ਬਹੁਤ ਜੈਲਸ ਕਰਦੇ ਆ। ਮੈਂ ਤਾਂ ਗੁਰੂ ਜੀ ਦੇ ਕਹਿੰਦੀ, ਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਅਤੇ ਹੁਣ ਮੇਰੇ ਗੁਰੂ ਜੀ ਅੱਗੇ ਵੀ ਮੇਰੀ ਅਰਦਾਸ ਬੇਨਤੀ ਕਿ ਕਦੇ ਵੀ ਗੁਰੂ ਜੀ ਕਿਸੇ ਬਾਰੇ ਨਾ ਮਾੜਾ ਸੋਚੀਏ, ਨਾ ਮਾੜਾ ਕਰੀਏ। ਸੰਗਤ ਜੀ ਬਸ ਗੁਰੂ ਜੀ ਦੇ ਮੈਨੂੰ ਉਸੇ ਤਰ੍ਹਾਂ ਹੀ, ਕਿਉਂਕਿ ਉਸ ਟਾਈਮ ਉਹ ਜਿਹੜੇ ਪੰਡਤ ਜੀ ਜਿਹਨਾਂ ਕੋਲੋਂ ਮਤਲਬ ਮੈਂ ਪੂਜਾ ਕਰਵਾ ਰਹੀ ਸੀ, ਮਤਲਬ 20,000 ਉਹਨਾਂ ਨੂੰ ਦੇ ਚੁੱਕੀ ਸੀ। ਫਿਰ ਵੀ ਉਹ ਕਹਿੰਦੇ ਸੀ ਕਿ ਸਾਨੂੰ ਹੋਰ ਪੈਸੇ ਦਿਓ ਫਿਰ ਕੰਮ ਹੋਏਗਾ। ਬਸ ਹੁਣ ਐਂਡ 'ਤੇ ਹਰ ਵਾਰੀ ਇਸ ਤਰ੍ਹਾਂ ਹੀ ਕਹਿ ਦਿੰਦੇ ਸੀ ਐਂਡ 'ਤੇ ਨਹੀਂ। ਫਿਰ ਗੁਰੂ ਜੀ ਦਾ ਐਵੇਂ ਸਤਸੰਗ ਸ਼ੇਅਰ ਹੋਇਆ ਕਿ ਪੰਡਤਾਂ ਨੇ ਕੁਛ ਨਹੀਂ ਕਰਨਾ, ਤੇਰਾ ਬੱਚੀ ਤੂੰ ਬਸ ਗੁਰਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਸਭ ਕੁਛ ਠੀਕ ਹੋ ਜਾਣਾ। ਬਸ ਤੇਰੇ ਗੁਰੂ ਜੀ ਆ ਗਿਆ ਨਾ, ਹੁਣ ਸਭ ਕੁਛ ਠੀਕ ਹੋ ਜਾਏਗਾ, ਇਹ ਪੰਡਤ ਕੁਛ ਨਹੀਂ ਕਰ ਸਕਦੇ। ਫਿਰ ਮੈਨੂੰ ਯਕੀਨ ਹੋ ਗਿਆ ਕਿ ਮੈਂ ਇਸ ਜੋ ਵੀ ਮੇਰੇ ਨਾਲ ਵਾਪਰਿਆ ਉਸੇ ਤਰ੍ਹਾਂ ਦਾ ਸਤਸੰਗ ਮੈਨੂੰ ਆਇਆ ਅਤੇ ਮੇਰੇ ਲਈ ਆ। ਬਸ ਇਸ ਤਰ੍ਹਾਂ ਮੈਨੂੰ ਸਤਸੰਗ ਆਉਂਦੇ ਰਹੇ, ਜਿਸ ਤਰ੍ਹਾਂ ਵੀ ਜੋ ਵੀ ਹੁੰਦਾ ਸੀ ਉਸੇ ਤਰ੍ਹਾਂ ਹੀ। ਫਿਰ ਇੱਕ ਦਿਨ ਚਲੋ ਮੈਂ ਸੋਚਦੀ ਸੀ ਕਿ ਪਤਾ ਨਹੀਂ ਮੈਂ ਬਾਣੀ ਨਾਲੋਂ ਤਾਂ ਨਹੀਂ ਟੁੱਟ ਜਾਂਗੀ। ਫਿਰ ਗੁਰੂ ਜੀ ਦਾ ਇਸ ਤਰ੍ਹਾਂ ਹੀ ਸਤਸੰਗ ਮੈਂ ਸੁਣਦੀ ਅਤੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਮਤਲਬ ਸ਼ਬਦ ਜਿਹੜੇ ਸੀਗੇ ਮਤਲਬ ਉਹ ਚੱਲ ਪਏ। ਅਤੇ ਮੈਂ ਕਹਿੰਦੀ ਹਾਂ ਸਤਸੰਗ ਸੁਣਦੀ ਅਤੇ ਪਤਾ ਨਹੀਂ ਇਹ ਮਤਲਬ ਸ਼ਬਦ ਕਿਸ ਤਰ੍ਹਾਂ ਚੱਲ ਪਏ। ਅਤੇ ਜਦੋਂ ਮੈਂ ਦੇਖਿਆ ਤਾਂ ਉੱਪਰ ਗੁਰੂ ਜੀ ਦਾ ਸਰੂਪ ਲੱਗਾ ਹੋਇਆ ਸੀ ਅਤੇ ਸ਼ਬਦ ਚੱਲ ਰਹੇ ਸੀਗੇ। ਅਤੇ ਮੈਂ ਬੜੀ ਹੈਰਾਨ ਹੋਈ, ਮੈਂ ਕਿਹਾ ਹੈਂ ਗੁਰੂ ਜੀ ਦੇ ਮਤਲਬ ਸਾਰੇ ਗੁਰਬਾਣੀ ਦੇ ਸ਼ਬਦ ਆ। ਫਿਰ ਮੇਰਾ ਮਨ ਖੁਸ਼, ਕਿਉਂਕਿ ਮੈਂ ਸੋਚ ਰਹੀ ਸੀ ਕਿਤੇ ਮੈਂ ਗਲਤ ਰਸਤੇ ਤਾਂ ਨਹੀਂ ਪੈ ਰਹੀ। ਉਸ ਟਾਈਮ ਮੈਨੂੰ ਗੁਰੂ ਜੀ ਦਾ ਪਤਾ ਨਹੀਂ ਸੀ ਕੁਛ ਵੀ, ਇਸ ਕਰਕੇ ਗੁਰੂ ਜੀ ਮੈਨੂੰ ਮਾਫ਼ ਕਰਨ। ਪਰ ਮੈਂ ਕੁਛ ਵੀ ਗਲਤ, ਇੰਨਾ ਕੁ ਮੈਨੂੰ ਪਤਾ ਕਿ ਮੈਂ ਗੁਰੂ ਜੀ ਦੀ ਕਿਰਪਾ ਦੇ ਨਾਲ ਕਦੇ ਵੀ ਕਿਸੇ ਬਾਰੇ ਕੋਈ ਗਲਤ ਨਹੀਂ ਸੋਚਿਆ, ਕੁਛ ਗਲਤ ਨਹੀਂ ਕਿਹਾ। ਸਭ ਨੂੰ ਮਤਲਬ ਚੰਗਾ ਹੀ ਬੋਲੀਦਾ ਅਤੇ ਵਾਹਿਗੁਰੂ ਇੱਦਾਂ ਹੀ ਕਰਵਾਉਣ, ਚੰਗਾ ਹੀ ਬੁਲਾਉਣ। ਕਦੇ ਕਿਸੇ ਦਾ ਮਾੜਾ ਨਾ ਸੋਚੀਏ, ਨਾ ਮਾੜਾ ਕਰੀਏ। ਅਤੇ ਫਿਰ ਉਸ ਤੋਂ ਬਾਅਦ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਦਿਨ ਸਤਸੰਗ ਸ਼ੇਅਰ ਹੋਇਆ ਅਤੇ ਉਹਦੇ ਵਿੱਚ ਇਹ ਸੀ ਸੋਨੂੰ ਅੰਕਲ ਜੀ ਦਾ ਹੀ ਸਤਸੰਗ ਸੀਗਾ ਕਿ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੀਦਾ। ਅਤੇ ਚਲੋ ਫਿਰ ਮੈਨੂੰ ਹੋਰ ਯਕੀਨ ਹੋ ਗਿਆ ਕਿ ਗੁਰੂ ਜੀ ਗੁਰਬਾਣੀ ਨਾਲੋਂ ਨਹੀਂ ਤੋੜ ਰਿਹਾ, ਗੁਰਬਾਣੀ ਦੇ ਨਾਲ ਤੋੜ ਰਿਹਾ। ਫਿਰ ਮੈਨੂੰ ਹੋਰ ਯਕੀਨ ਹੋ ਗਿਆ। ਬਸ ਫਿਰ ਇਸੇ ਤਰ੍ਹਾਂ ਹੀ ਬਸ ਸੁਣਦੇ ਮੈਂ ਗੁਰੂ ਜੀ ਦੇ ਸਤਸੰਗ, ਗੁਰੂ ਜੀ ਸਾਡੇ ਕੋਈ ਕਸ਼ਟ ਕੱਟ ਰਹੇ ਆ। ਮੈਨੂੰ ਯਕੀਨ ਆ ਮੇਰੇ ਗੁਰੂ ਜੀ ਮਿਹਰ ਕਰਨਗੇ। ਬਸ ਫਿਰ ਉਸ ਤੋਂ ਬਾਅਦ ਮੈਨੂੰ ਇਹ ਕੁਛ ਨਹੀਂ ਸੀ ਪਤਾ ਹੁੰਦਾ। ਫਿਰ ਇਹ ਹੁੰਦਾ ਸਤਸੰਗ ਸ਼ੇਅਰ ਕਰ ਬੇਟੀ, ਸਤਸੰਗ ਸ਼ੇਅਰ ਕਰ, ਤੇਰੇ ਕਸ਼ਟ ਕੱਟੇ ਜਾਣਗੇ। ਅਤੇ ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਸਤਸੰਗ ਕਿਸ ਤਰ੍ਹਾਂ ਸ਼ੇਅਰ ਕਰਨਾ,
ਤੇ ਮੈਂ ਚਲੋ ਇਸ ਤਰ੍ਹਾਂ ਹੀ ਮੈਸੇਜ ਲਿਖ ਦਿੰਦੀ ਹੁੰਦੀ, ਜੋ ਸਤਸੰਗ ਸੁਣਦੀ ਸੀ ਲਾਈਕ ਕਰ ਦਿੰਦੀ ਸੀ, ਜਾਂ ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ ਲਿਖ ਦਿੰਦੀ। ਮੈਂ ਕਿਹਾ ਮੈਂ ਸ਼ੁਕਰਾਨਾ ਤਾਂ ਕਰ ਦਿੰਦੀ ਹਾਂ, ਪਰ ਮੈਨੂੰ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਸ਼ੁਕਰਾਨਾ ਕਰੀਦਾ। ਤੇ ਫਿਰ ਇੱਕ ਵਾਰੀ ਮੈਨੂੰ ਗੁਰੂ ਜੀ ਦਾ ਸਤਸੰਗ ਆਇਆ, ਮਤਲਬ ਆਇਆ ਕਿ ਤੈਨੂੰ ਬੇਟੀ ਥਰਸਡੇ ਕੇ ਦਿਨ ਇੱਕ ਸਤਸੰਗ 'ਤੇ ਬੁਲਾਇਆ ਜਾਏਗਾ, ਤੇ ਤੂੰ ਨਾ ਕਰੀ, ਤੂੰ ਚਲੇ ਜਾਈਂ। ਅਤੇ ਮੈਂ ਇਹ ਸੋਚਦੀ ਹਾਂ, ਮੈਂ ਕਿਹਾ ਕਿ ਇੱਥੇ ਕੌਣ ਸਤਸੰਗ ਕਰੇਗਾ ਕਿ ਜਿੱਥੇ ਮੈਂ ਜਾ ਪਾਵਾਂਗੀ ਗੁਰੂ ਜੀ। ਅਤੇ ਦੂਸਰੇ ਦਿਨ ਹੀ ਮੇਰੀ ਇੱਕ ਫਰੈਂਡ ਆ, ਮਤਲਬ ਉਹਨੂੰ ਮੈਂ ਦੱਸਿਆ ਸੀ ਗੁਰੂ ਜੀ ਬਾਰੇ, ਲੇਕਿਨ ਉਹ ਵੀ ਪਹਿਲੇ ਮੰਨਦੀ ਸੀ, ਪਰ ਉਹਨੇ ਮੈਨੂੰ ਦੱਸਿਆ ਨਹੀਂ ਸੀ ਗੁਰੂ ਜੀ ਦੇ ਬਾਰੇ। ਅਤੇ ਫਿਰ ਉਹਨੇ ਮੈਨੂੰ ਦੱਸਿਆ, ਕਹਿੰਦੀ ਕਿ ਇੱਕ ਸਤਸੰਗ ਥਰਸਡੇ ਨੂੰ ਹੈ, ਆਪਾਂ ਚੱਲੀਏ। ਅਤੇ ਮੈਂ ਇੰਨੀ ਹੈਰਾਨ ਹੋਈ, ਮੈਂ ਕਿਹਾ ਹੈਂ ਸੱਚੀ ਥਰਸਡੇ ਦਾ? ਮੈਂ ਕਿਹਾ ਮੈਨੂੰ ਤਾਂ ਗੁਰੂ ਜੀ ਦਾ, ਮੈਂ ਕਿਹਾ ਸਤਸੰਗ ਆਇਆ ਸੀ, ਅਤੇ ਉਹਦੇ ਵਿੱਚ ਇਹ ਸੀ, ਗੁਰੂ ਜੀ ਨੇ ਮੈਨੂੰ ਕਿਹਾ ਵੀ ਤੈਨੂੰ ਥਰਸਡੇ ਦਾ ਸਤਸੰਗ ਆਏਗਾ ਅਤੇ ਤੂੰ ਜ਼ਰੂਰ ਜਾਣਾ। ਅਤੇ ਮੈਂ ਕਿਹਾ ਨਹੀਂ, ਜੋ ਮਰਜ਼ੀ ਹੋ ਜਾਏ ਆਪਾਂ ਜ਼ਰੂਰ ਜਾਣਾ। ਅਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਉਸ ਸਤਸੰਗ 'ਤੇ ਗਏ ਪਹਿਲੀ ਵਾਰੀ। ਉੱਥੇ ਫਿਰ ਸਤਸੰਗ ਵੀ ਸ਼ੇਅਰ ਕੀਤਾ, ਬਹੁਤ ਚੰਗਾ ਲੱਗਾ। 1 ਘੰਟਾ ਜੋ ਗੁਰਬਾਣੀ ਦੇ ਸ਼ਬਦ ਚੱਲੇ, ਬਹੁਤ ਚੰਗਾ ਲੱਗਾ। ਬਸ ਪਤਾ ਹੀ ਨਹੀਂ ਚੱਲਿਆ ਕਿ ਕਿੱਥੇ ਉਹ ਟਾਈਮ ਨਿਕਲ ਗਿਆ। ਕਿਸੇ ਨੂੰ ਅਸੀਂ ਜਾਣਦੇ ਨਹੀਂ ਸੀ, ਸਾਰੀ ਸੰਗਤ ਸਾਡੇ ਲਈ ਨਵੀਂ ਸੀ, ਪਰ ਗੁਰੂ ਜੀ ਦੀ ਸੰਗਤ ਸੀ, ਇਸ ਕਰਕੇ ਕੁਛ ਲੱਗਦਾ ਹੀ ਨਹੀਂ ਸੀ ਕਿ ਅਸੀਂ ਪਹਿਲੀ ਵਾਰੀ ਇਸ ਸੰਗਤ ਨੂੰ ਮਿਲ ਰਹੇ ਹਾਂ। ਅਤੇ ਬਹੁਤ ਚੰਗਾ ਲੱਗਾ ਉੱਥੇ। ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਚੱਲਿਆ ਕਿ ਹਾਂ ਇਹ ਸਤਸੰਗ ਇਸ ਤਰ੍ਹਾਂ ਸ਼ੇਅਰ ਕਰਦੇ ਆ ਯੂਟਿਊਬ 'ਤੇ, ਕੋਈ ਫੇਸਬੁੱਕ 'ਤੇ। ਅਤੇ ਫਿਰ ਮੈਨੂੰ ਕੋਈ ਨੰਬਰ ਨਹੀਂ ਸੀ ਮਿਲ ਰਿਹਾ ਕਿ ਮੈਂ ਕਿੱਥੇ ਸ਼ੇਅਰ ਕਰਾਂ। ਅਤੇ ਮੈਂ ਸੋਨੂੰ ਅੰਕਲ ਜੀ ਦੇ ਸਤਸੰਗ ਬਹੁਤ ਸੁਣਦੀ ਸੀ, ਮੈਨੂੰ ਬਹੁਤ ਚੰਗੇ ਲੱਗਦੇ ਸੀ, ਕਿਉਂਕਿ ਸ਼ੁਰੂ 'ਚ ਹੀ ਸੋਨੂੰ ਅੰਕਲ ਜੀ ਦੇ ਸਤਸੰਗ ਮੈਨੂੰ ਆਉਂਦੇ ਸੀ ਅਤੇ ਮੈਨੂੰ ਬਹੁਤ ਚੰਗੇ ਲੱਗਦੇ ਸੀ, ਕਿਉਂਕਿ ਜਦੋਂ ਗੁਰਬਾਣੀ ਦੇ ਬਾਰੇ ਵੀ ਦੱਸਦੇ ਸੀ, ਸੁਖਮਨੀ ਸਾਹਿਬ ਦੀ ਅਸ਼ਟਪਦੀਆਂ ਦੇ ਬਾਰੇ ਵਿਆਖਿਆ ਕਰਕੇ ਦੱਸਦੇ, ਤਾਂ ਬਹੁਤ ਚੰਗਾ ਲੱਗਦਾ। ਅਤੇ ਇਸ ਕਰਕੇ ਮੈਨੂੰ ਬਹੁਤ ਮਤਲਬ ਚੰਗੇ ਲੱਗਦੇ ਸਤਸੰਗ। ਇਹ ਲੱਗਦਾ ਸੀ ਕਿ ਅਸਲੀਅਤ ਹੈ ਜੋ ਵੀ ਇੱਥੇ ਸਤਸੰਗ ਸ਼ੇਅਰ ਹੁੰਦੇ ਆ। ਅਤੇ ਫਿਰ ਮੈਂ ਕਹਿੰਦੀ ਸੀ ਸਾਨੂੰ, ਮਤਲਬ ਮੈਂ ਬੜੀ ਕੋਸ਼ਿਸ਼ ਕੀਤੀ, ਮੈਨੂੰ ਸੋਨੂੰ ਅੰਕਲ ਜੀ ਦਾ ਨੰਬਰ ਨਹੀਂ ਸੀ ਮਿਲ ਰਿਹਾ ਕਿਸੇ ਤਰ੍ਹਾਂ। ਮਤਲਬ ਮੈਂ ਟਰਾਈ ਬੜੀ ਕੀਤੀ, ਪਰ ਮੈਨੂੰ ਮਿਲ ਹੀ ਨਹੀਂ ਸੀ ਰਿਹਾ, ਪਤਾ ਨਹੀਂ ਕੀ ਗੱਲ। ਲੇਕਿਨ ਜਦੋਂ ਗੁਰੂ ਜੀ ਦੀ ਕਿਰਪਾ ਹੋਣੀ ਉਦੋਂ ਹੀ ਹੋਣਾ। ਹੁਣ ਇੱਕ ਦਿਨ ਫਿਰ ਮਤਲਬ ਮੈਂ ਕਿਹਾ ਮੈਨੂੰ ਤਾਂ ਨੰਬਰ ਮਿਲ ਹੀ ਨਹੀਂ ਰਿਹਾ, ਪਤਾ ਨਹੀਂ ਕੀ ਗੱਲ। ਮੈਂ ਆਪਣੀ ਸਹੇਲੀ ਵਗੈਰਾ ਨੂੰ ਵੀ ਪੁੱਛਿਆ ਕਈਆਂ ਨੂੰ, ਮੈਂ ਕਿਹਾ ਮੈਨੂੰ ਨੰਬਰ ਨਹੀਂ ਮਿਲ ਰਿਹਾ ਵੀ ਇਸ ਤਰ੍ਹਾਂ ਕਹਿੰਦੇ ਇੱਥੋਂ ਨੰਬਰ ਆਪਾਂ ਲੈ ਸਕਦੇ, ਪਰ ਨਹੀਂ, ਮੈਂ ਕਿਹਾ ਤਾਂ ਕਿਸੇ ਨੂੰ ਸ਼ੋਅ ਹੁੰਦਾ ਨੰਬਰ ਦੇਖੋ, ਪਰ ਹਰ ਇੱਕ ਨੇ ਕਿਹਾ ਸਾਨੂੰ ਆਪ ਨਹੀਂ ਪਤਾ ਚੱਲਦਾ ਕਿ ਕਿਸ ਤਰ੍ਹਾਂ ਨੰਬਰ, ਕਿੱਥੋਂ ਆਪਾਂ ਨੰਬਰ ਲੈ ਸਕਦੇ ਹਾਂ। ਅਤੇ ਬਸ ਹੁਣ ਥੋੜ੍ਹੇ ਦਿਨ ਹੋਏ ਆ, ਅੱਜ ਤੋਂ 10-12 ਦਿਨ ਪਹਿਲੇ ਦੀ ਗੱਲ ਆ। ਅਤੇ ਮੈਂ ਫਿਰ ਟਰਾਈ ਕੀਤਾ, ਮੈਂ ਕਿਹਾ ਚਲੋ, ਮੈਂ ਕਿਹਾ ਨਹੀਂ ਸੰਗਤ ਜੀ, ਮੈਂ 10-12 ਦਿਨ ਤੋਂ ਹੋ ਗਏ, ਮੈਂ ਸੋਨੂੰ ਅੰਕਲ ਜੀ ਨੂੰ ਫੋਨ ਕੀਤਾ ਸੀ। ਅਤੇ ਉਸ ਤੋਂ ਮਤਲਬ 1 ਹਫ਼ਤਾ ਪਹਿਲੇ, ਅਤੇ ਮੈਂ ਵੈਸੇ ਦੇਖਦੀ ਰਹੀ ਸਤਸੰਗ, ਸੁਣਦੀ ਫਿਰ ਮੈਂ ਕਿਹਾ ਮੈਂ ਟਰਾਈ ਕਰਾਂ, ਫਿਰ ਸ਼ਾਇਦ ਮੈਨੂੰ ਨੰਬਰ ਮਿਲ ਜਾਏ। ਅਤੇ ਪਤਾ ਨਹੀਂ ਗੁਰੂ ਜੀ ਦੀ ਕਿਰਪਾ ਹੋਣੀ ਸੀ। ਅਤੇ ਉਸ ਦਿਨ ਵੀ ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ, ਮੈਂ ਕਿਹਾ ਗੁਰੂ ਜੀ ਲੱਭ ਦਿਓ ਮੈਨੂੰ ਨੰਬਰ ਸੋਨੂੰ ਅੰਕਲ ਜੀ ਦਾ, ਮੈਂ ਨਾ ਸਤਸੰਗ ਸ਼ੇਅਰ ਕਰਨਾ ਚਾਹੁੰਦੀ ਹਾਂ। ਅਤੇ ਸੰਗਤ ਜੀ ਮਤਲਬ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਇੰਨਾ ਕਹਿਣ 'ਤੇ ਮੈਨੂੰ ਅੱਜ ਨੰਬਰ ਮਿਲ ਜਾਏਗਾ। ਜਦੋਂ ਮੈਂ ਦੇਖਿਆ, ਅਤੇ ਹਾਲਾਂਕਿ ਉੱਥੇ ਮੈਂ ਪਹਿਲੇ ਵੀ ਟਰਾਈ ਕਰਦੀ ਸੀ, ਅਤੇ ਜਦੋਂ ਮੈਂ ਕਲਿੱਕ ਕੀਤਾ ਅਤੇ ਸੋਨੂੰ ਅੰਕਲ ਜੀ ਦਾ ਨੰਬਰ ਆ ਗਿਆ। ਮੈਂ ਇੰਨੀ ਖੁਸ਼ ਹੋਈ, ਮੈਂ ਕਿਹਾ ਗੁਰੂ ਜੀ ਇੰਨੀ ਛੇਤੀ ਤੁਸੀਂ ਸੁਣ ਲਈ ਮੇਰੀ। ਅੱਗੇ ਮੈਂ ਵੈਸੇ ਟਰਾਈ ਕਰਦੀ ਸੀ, ਮੈਂ ਤੁਹਾਡੇ ਅੱਗੇ ਅਰਦਾਸ ਬੇਨਤੀ ਨਹੀਂ ਸੀ ਕੀਤੀ, ਅੱਜ ਤਾਂ ਮੈਂ ਤੁਹਾਨੂੰ ਬੋਲ ਕੇ ਦੇਖਿਆ ਅਤੇ ਮੈਨੂੰ ਨੰਬਰ ਮਿਲ ਗਿਆ। ਮੈਂ ਬੜੀ ਖੁਸ਼ੀ ਹੋਈ ਕਿ ਸੰਗਤ ਜੀ ਇਹ ਵੀ ਇੱਕ ਸ਼ੁਕਰਾਨਾ ਸਤਸੰਗ ਹੈ, ਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਸੋਨੂੰ ਅੰਕਲ ਜੀ ਦਾ ਨੰਬਰ ਮਿਲ ਗਿਆ। ਫਿਰ ਉਸ ਤੋਂ ਬਾਅਦ ਬਸ ਥੋੜ੍ਹੀ ਮੇਰੀ, ਮੈਂ ਫੋਨ ਵੀ ਨਹੀਂ ਕਰ ਪਾਈ ਸੀ, ਮੈਂ ਮੈਸੇਜ ਕੀਤਾ ਸੀ, ਅੰਕਲ ਜੀ ਨੇ ਦੇਖਿਆ ਨਹੀਂ, ਸੋਨੂੰ ਅੰਕਲ ਜੀ ਨੇ ਦੇਖਿਆ ਨਹੀਂ ਸੀ, ਚਲੋ ਕਿਉਂਕਿ ਉਹ ਬਹੁਤ ਬਿਜੀ ਆ।
ਤੇ ਲੇਕਿਨ ਫਿਰ ਮੇਰੇ ਮਨ 'ਚ ਇੱਕ ਦਿਨ ਗੁਰੂ ਜੀ ਨੇ ਪਾਇਆ ਕਿ ਤੂੰ ਫ਼ੋਨ ਕਰ ਹੈ ਨਾ, ਤੂੰ ਫ਼ੋਨ ਕਿਉਂ ਨਹੀਂ ਕਰਦੀ? ਫਿਰ ਮੈਂ ਫ਼ੋਨ ਕੀਤਾ ਤੇ ਅੰਕਲ ਜੀ ਨੇ ਉਸੇ ਦਿਨ ਹੀ ਫ਼ੋਨ ਉਠਾ ਲਿਆ ਤੇ ਸਾਨੂੰ ਅੰਕਲ ਜੀ ਕਹਿੰਦੇ ਕਿ ਹਾਂ ਤੁਸੀਂ ਸਤਸੰਗ ਭੇਜ ਸਕਦੇ ਹੋ। ਤੇ ਬਸ ਫਿਰ ਮੇਰੀ ਥੋੜ੍ਹੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਮੈਂ ਸਤਸੰਗ ਸ਼ੇਅਰ ਨਹੀਂ ਕਰ ਪਾਈ। ਕੰਮ 'ਤੇ ਵੀ ਸੀ, ਟਾਈਮ ਨਹੀਂ ਲੱਗਾ ਬਸ ਅੱਜ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਸਤਸੰਗ ਸ਼ੇਅਰ ਕਰ ਰਹੀ ਹਾਂ ਸੰਗਤ ਜੀ। ਮੈਂ ਪਹਿਲੀ ਵਾਰੀ ਇਹ ਸਤਸੰਗ ਸ਼ੇਅਰ ਕਰਦੀ ਹਾਂ, ਪਤਾ ਨਹੀਂ ਕਿ ਮੇਰੇ ਕੋਲ ਜੇ ਇਹ ਵੀ ਸੰਗਤ ਜੀ ਕੋਈ ਗਲਤੀ ਹੋ ਜਾਵੇ ਤਾਂ ਮਾਫ਼ ਕਰਨਾ। ਗੁਰੂ ਜੀ ਵੀ ਮਾਫ਼ ਕਰਨ ਤੁਹਾਨੂੰ, ਅੰਕਲ ਜੀ ਤੁਸੀਂ ਵੀ ਕੋਈ ਗਲਤੀ ਹੋ ਜਾਏ ਤਾਂ ਮਾਫ਼ ਕਰਨਾ। ਇਹ ਸੰਗਤਾਂ ਬਹੁਤ ਸੋਨੂੰ ਅੰਕਲ ਜੀ ਦੇ ਚੈਨਲ 'ਤੇ ਮੈਂ ਸੁਣਦੀ ਹਾਂ, ਬਹੁਤ ਵਧੀਆ ਸ਼ੇਅਰ ਕਰਦੇ ਆ। ਸ਼ੁਕਰਾਨਾ ਸਤਸੰਗ। ਗੁਰੂ ਜੀ ਸਾਡੇ 'ਤੇ ਵੀ ਕਿਰਪਾ ਕਰਨ, ਸਾਨੂੰ ਬੋਲਣਾ ਆ ਜਾਏ। ਇੰਨੀਆਂ ਮਤਲਬ ਪ੍ਰੋਬਲਮਾਂ ਇੰਨੀਆਂ ਮੁਸੀਬਤ ਪਤਾ ਨਹੀਂ ਚੱਲਦਾ ਕਿ ਕੀ ਬੋਲੀਏ ਕੀ ਨਾ ਬੋਲੀਏ, ਪਰ ਹੁਣ ਇੰਨਾ ਹੋ ਗਿਆ ਕਿ ਗੁਰੂ ਜੀ ਦੀ ਕਿਰਪਾ ਦੇ ਨਾਲ ਕਿ ਗੁਰੂ ਜੀ ਆ ਗਏ ਆ, ਸਭ ਠੀਕ ਹੋਏਗਾ। ਅਤੇ ਫਿਰ ਕੋਈ ਕਹਿੰਦਾ ਸੀ ਸਾਨੂੰ ਕਬੂਤਰ ਦੇ ਦਰਸ਼ਨ ਹੋਏ, ਕੋਈ ਤਿਤਲੀ ਦੇ, ਕੋਈ ਮੋਰ ਦੇ, ਮਤਲਬ ਤਾਂ ਮੈਂ ਕਹਿੰਦੀ ਸੀ ਗੁਰੂ ਜੀ ਪਤਾ ਨਹੀਂ ਸਾਨੂੰ ਤਾਂ ਕਿਸੇ ਚੀਜ਼ ਦੇ ਵੀ ਨਹੀਂ ਦਰਸ਼ਨ ਹੋਏ। ਫਿਰ ਸੰਗਤ ਜੀ ਇੱਕ ਦਿਨ ਮੈਂ ਕੰਮ 'ਤੇ ਸੀ ਅਤੇ ਕਦੇ ਨਹੀਂ ਮੈਂ ਇੱਥੇ ਮਤਲਬ ਕੋਈ ਤਿਤਲੀ ਦੇਖੀ ਕਈ ਸਾਲਾਂ ਤੋਂ, ਅਤੇ ਇੰਡੀਆ ਵਿੱਚ ਚਲੋ ਹੁੰਦੀ ਆ ਪਰ ਮੈਂ ਇੱਥੇ ਕਦੇ ਨਹੀਂ ਦੇਖੀ ਸੀ ਤਿਤਲੀ। ਅਤੇ ਉਸ ਦਿਨ ਮੈਂ ਕੰਮ ਕਰਦੇ ਕਰਦੇ ਦਰਵਾਜ਼ੇ 'ਤੇ ਛੋਟੀ ਜਿਹੀ ਤਿਤਲੀ ਆਈ ਤਾਂ ਮੈਨੂੰ ਉਸ ਟਾਈਮ ਨਹੀਂ ਮੇਰੇ ਦਿਮਾਗ 'ਚ, ਅਤੇ ਮੈਂ ਬਾਅਦ 'ਚ ਥੋੜ੍ਹੀ ਦੇਰ ਬਾਅਦ ਮੈਨੂੰ ਆਇਆ, ਮੈਂ ਕਿਹਾ ਹੈਂ ਕਿਤੇ ਗੁਰੂ ਜੀ ਤਾਂ ਨਹੀਂ ਸੀ ਹੈ ਨਾ? ਮੁੜ ਕੇ ਮੈਨੂੰ ਇੰਨੀ ਖੁਸ਼ੀ, ਮੈਂ ਕਿਹਾ ਨਹੀਂ ਸੱਚੀ ਇਹ ਤਾਂ ਗੁਰੂ ਜੀ ਸੀ। ਫਿਰ ਮੈਂ ਕਿਹਾ ਨਹੀਂ ਗੁਰੂ ਜੀ ਸੋਰੀ, ਮੈਂ ਤੁਹਾਨੂੰ ਪਹਿਚਾਣ ਹੀ ਨਹੀਂ ਪਾਈ। ਅਤੇ ਮੈਂ ਕਿਹਾ ਜੇ ਗੁਰੂ ਜੀ ਤੁਸੀਂ ਸੀ ਤਾਂ ਮੈਨੂੰ ਦੁਬਾਰਾ ਜ਼ਰੂਰ ਫਿਰ ਤੁਸੀਂ ਤਿਤਲੀ ਦੇ ਰੂਪ ਵਿੱਚ ਹੀ ਦਰਸ਼ਨ ਦੇਣੇ ਇੱਥੇ ਮੈਨੂੰ। ਸੰਗਤ ਜੀ ਸੱਚ ਕਰਕੇ ਜਾਣਿਓ, ਹਫ਼ਤੇ ਬਾਅਦ ਫਿਰ ਉੱਥੇ ਮੈਨੂੰ ਕੰਮ 'ਤੇ ਫਿਰ ਤਿਤਲੀ ਦੇ ਰੂਪ ਵਿੱਚ ਗੁਰੂ ਜੀ ਨੇ ਦਰਸ਼ਨ ਦਿੱਤੇ। ਪਰ ਮੈਂ ਉਸ ਟਾਈਮ ਸੋਚਿਆ, ਮੈਂ ਕਿਹਾ ਮੈਂ ਵੀਡੀਓ ਬਣਾਉਣੀ ਆ, ਪਰ ਉਹ ਵੀਡੀਓ ਦੇ ਵਿੱਚ ਨਹੀਂ ਤਿਤਲੀ ਆਈ, ਮਤਲਬ ਬਣੀ ਨਹੀਂ ਉਹ, ਮਤਲਬ ਵੀਡੀਓ ਨਹੀਂ ਬਣਾ, ਮੈਨੂੰ ਪਤਾ ਹੀ ਨਹੀਂ ਚੱਲਿਆ ਤਿਤਲੀ ਕਿਸ ਤਰ੍ਹਾਂ ਚੱਲ ਗਈ। ਲੇਕਿਨ ਗੁਰੂ ਜੀ ਨੇ ਮੈਨੂੰ ਦੱਸ ਦਿੱਤਾ ਕਿ ਨਹੀਂ ਬੇਟੀ ਮੈਂ ਤੇਰੇ ਨਾਲ ਹਾਂ। ਅਤੇ ਸੰਗਤ ਜੀ ਹੁਣ ਜਿਸ ਤਰ੍ਹਾਂ ਦੇ ਵੀ ਗੁਰੂ ਜੀ ਦੇ ਸਤਸੰਗ ਆਉਂਦੇ ਆ ਮੈਂ ਜ਼ਰੂਰ ਸੁਣਦੀ ਹਾਂ, ਬਸ ਉਹਨਾਂ ਦਾ ਹੁਕਮ ਆ ਜੋ ਵੀ। ਹੁਣ ਬਸ ਇਹ ਲੱਗਦਾ ਕਿ ਗੁਰੂ ਜੀ ਆ ਗਏ, ਸਭ ਠੀਕ ਹੀ ਠੀਕ ਹੋਏਗਾ। ਬਾਕੀ ਕੋਈ ਸਾਡੇ ਕੋਈ ਮਾੜੇ ਕਰਮ ਹੋਣਗੇ ਜੋ ਵੀ, ਉਹ ਵੀ ਗੁਰੂ ਜੀ ਕਟਾ ਰਹੇ ਆ। ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਆ ਸਭ ਕੁਛ। ਬਸ ਹੁਣ ਮੈਂ ਕੁਛ ਜੋ ਗੁਰੂ ਜੀ ਨੂੰ ਪਤਾ ਕਿ ਕਦੋਂ ਮੇਰੇ ਬੇਟੇ ਨੂੰ ਠੀਕ ਕਰਨਾ ਉਹਨਾਂ ਨੇ, ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਵਾਪਸ ਆਏਗਾ। ਜੇ ਮੇਰੀ ਕਿਸਮਤ 'ਚ ਹੋਏਗਾ ਤਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਜ਼ਰੂਰ ਵਾਪਸ ਆਏਗਾ, ਉਹ ਠੀਕ ਹੋਏਗਾ। ਮੈਨੂੰ ਗੁਰੂ ਜੀ 'ਤੇ ਵਿਸ਼ਵਾਸ ਹੈ। ਸੰਗਤ ਜੀ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਪਈ ਸੀ, ਇਹ ਕਰਨ ਕਰਾਉਣ ਦੇ ਚੱਕਰ ਦੇ ਵਿੱਚ ਹੀ ਲੱਗਾ ਪਤਾ ਨਹੀਂ ਕੀ ਕਰਦੇ ਸੀ। ਇੱਕ ਵਾਰੀ ਮਤਲਬ 2023 ਦੇ ਵਿੱਚ ਹੀ ਮੈਂ ਸੀੜੀਆਂ ਤੋਂ ਮਤਲਬ ਗਿਰੀ, ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਨੂੰ ਕਿਸੇ ਨੇ ਧੱਕਾ ਦਿੱਤਾ ਅਤੇ ਮੇਰੇ ਉਸ ਟਾਈਮ ਦੀ ਮਤਲਬ ਮੇਰੇ ਗੋਡੇ 'ਤੇ ਸੱਟ ਲੱਗੀ, ਬਹੁਤ ਤਕਲੀਫ ਦੇ ਵਿੱਚ ਮਤਲਬ ਰਹੀ। ਵੀ ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮੈਂ ਤੁਰੀ ਫਿਰਦੀ। ਹੁਣ ਇੱਕ ਦਿਨ ਮੈਂ ਸੋਚਿਆ, ਮੈਂ ਕਿਹਾ ਗੁਰੂ ਜੀ ਤੁਸੀਂ ਤਾਂ ਮੈਨੂੰ 2024 ਦੇ ਵਿੱਚ ਆਪਣੀ ਸੰਗਤ ਬਣਾਇਆ ਤਾਂ ਉਸ ਟਾਈਮ ਮੈਨੂੰ ਕਿੰਨੇ ਬਚਾਇਆ ਸੀ ਗੁਰੂ ਜੀ। ਮੈਨੂੰ ਉਸ ਟਾਈਮ ਜਿਸ ਤਰ੍ਹਾਂ ਮੈਂ ਗਿਰੀ ਸੀ, ਬਹੁਤ ਬੁਰੀ ਤਰ੍ਹਾਂ ਮੈਂ ਗਿਰੀ ਸੀ, ਪੱਥਰ ਦੀਆਂ ਪੌੜੀਆਂ ਸੀ ਅਤੇ ਮੇਰੇ ਕਿਤੇ ਵੀ ਸੱਟ ਲੱਗ ਸਕਦੀ ਸੀ, ਔਰ ਸਿਰ ਦੇ ਵਿੱਚ ਜਾਂ ਕੁਛ ਵੀ, ਮੈਨੂੰ ਕੁਛ ਵੀ ਹੋ ਸਕਦਾ ਸੀ। ਪਰ ਗੁਰੂ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਸ ਟਾਈਮ ਵੀ ਮੈਨੂੰ ਕਿਸੇ ਨੇ ਬਚਾਇਆ। ਅਤੇ ਉਹ ਕੌਣ ਸੀ? ਫਿਰ ਇਸ ਤਰ੍ਹਾਂ ਗੁਰੂ ਜੀ ਦਾ ਮੈਨੂੰ ਸਤਸੰਗ ਆਇਆ ਕਿ ਉਸ ਟਾਈਮ ਵੀ ਮੈਂ ਹੀ ਸੀ, ਮੈਂ ਹੀ ਤੈਨੂੰ ਬਚਾਉਣ ਵਾਲਾ। ਗੁਰੂ ਜੀ ਤੇ ਪਤਾ ਨਹੀਂ ਕਦੋਂ ਦੇ ਸਾਨੂੰ ਸਾਡੀ ਰੱਖਿਆ ਕਰ ਰਿਹਾ ਸੀ। ਮੇਰੇ ਵਰਗੀ, ਮੈਨੂੰ ਤਾਂ ਪਤਾ ਕਿ ਮੇਰੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ, ਗੁਰੂ ਜੀ ਨੇ ਪਤਾ ਨਹੀਂ ਕਦੋਂ ਦਾ ਮੇਰਾ ਹੱਥ ਫੜਿਆ ਹੋਇਆ ਸੀ। ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੀ ਰਹੇ, ਉਹਨਾਂ ਦੀ ਕਿਰਪਾ ਦੇ ਨਾਲ ਹੀ ਆ ਸਭ ਕੁਛ।
ਥੈਂਕ ਯੂ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਮੇਰੇ ਗੁਰੂ ਕਿਰਪਾ ਸਾਡੀ ਰੱਖਿਆ ਕਰਨੀ, ਸਾਨੂੰ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਗੁਰੂ ਜੀ, ਤੇ ਕੰਮਾਂ ਤੋਂ ਬਚਾ ਕੇ ਰੱਖਣਾ। ਜੋ ਵੀ ਸਾਡੇ ਕੋਲ ਪਿਛਲੇ ਜਨਮਾਂ ਦੇ ਵਿੱਚ, ਇਸ ਜਨਮ ਵਿੱਚ ਕੋਈ ਵੀ ਗਲਤੀਆਂ ਹੋਈਆਂ ਗੁਰੂ ਜੀ ਮਾਫ਼ ਕਰ ਦੇਣਾ, ਮਾਫ਼ ਕਰ ਦੇਣਾ, ਅੱਗੇ ਤੋਂ ਕੋਈ ਵੀ ਗਲਤੀ ਨਾ ਹੋਵੇ। ਗੁਰੂ ਜੀ ਤੁਸੀਂ ਮਾਫ਼ ਕਰ ਦੇਣਾ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ। ਸੋਨੂੰ ਅੰਕਲ ਜੀ ਮੇਰਾ ਸਤਸੰਗ ਜ਼ਰੂਰ ਤੁਸੀਂ ਸ਼ੇਅਰ ਕਰ ਦੇਣਾ। ਮੈਂ ਪਹਿਲੀ ਵਾਰੀ ਤੁਹਾਡੇ ਚੈਨਲ 'ਤੇ ਭੇਜ ਰਹੀ ਹਾਂ, ਕੋਈ ਗਲਤੀ ਹੋਵੇ ਤਾਂ ਜ਼ਰੂਰ ਤੁਸੀਂ ਦੱਸ ਦੇਣਾ, ਕਿਉਂਕਿ ਹੁਣ ਮੈਂ ਜ਼ਿਆਦਾ ਵੱਡਾ ਨਹੀਂ ਸ਼ੇਅਰ ਕਰਨਾ ਚਾਹੁੰਦੀ ਸਤਸੰਗ। ਅਗਲੇ ਸਤਸੰਗ ਦੀ ਮੈਂ ਤਿਆਰੀ ਕਰਦੀ ਹਾਂ। ਸਤਸੰਗ ਤਾਂ ਛੋਟੇ ਛੋਟੇ ਬਹੁਤ ਹੁੰਦੇ ਆ, ਅਤੇ ਮੈਂ ਜ਼ਰੂਰ ਸ਼ੇਅਰ ਕਰਾਂਗੀ। ਗੁਰੂ ਪਿਤਾ ਜੀ ਦਾ ਹੁਣੇ ਹੀ ਮੈਸੇਜ ਦੇਖ ਰਹੀ ਹਾਂ। ਗੁਰੂ ਪਿਤਾ ਜੀ ਕਹਿੰਦੇ ਉਲਟਾ ਉਲਟਾ ਨਾ ਸੋਚਿਆ ਕਰ। ਗੁਰੂ ਜੀ ਦਾ ਇਹ ਵੀ ਸਤਸੰਗ ਹੈ, बेटा तेरे बच्चे की हेल्थ को ब्लेस करने के लिए सत्संग भेज रहा हूँ। इसे सुनते गुरु जी हर मैसेज का जवाब देंदे, दिल दियाँ सब कुछ जानते गुरु जी। शुकराने गुरु जी, शुकराने गुरु जी। और संगत जी मैं एक होर भुल गई, मैं जरूर दसना चाहनी कि उस टाइम मैं इंडिया गई सी, क्योंकि गुरु जी ਜਦੋਂ ਮੈਨੂੰ ਆਪਣੀ ਸੰਗਤ ਬਣਾਇਆ, ਸੰਗਤ ਦੇ ਨਾਲ ਜੋੜਿਆ ਸੀ, ਉਸ ਤੋਂ ਪਹਿਲੇ ਇੱਕ ਬਾਬਾ ਜੀ ਨੇ ਮਤਲਬ ਇੰਡੀਆ ਕਿਸੇ ਨੇ ਮੈਨੂੰ ਮਿਲਾਇਆ ਸੀ, ਤਾਂ ਉਹਨਾਂ ਨੇ ਮੈਨੂੰ ਰਿੰਗ ਦਾ ਕਿਹਾ ਸੀ, ਕਹਿੰਦੇ ਸੀ ਕਿ ਤੂੰ ਇਹ ਰਿੰਗ ਪਾ ਲਾ ਅਤੇ ਠੀਕ ਹੋ ਜਾਏਗਾ ਸਭ ਕੁਛ। ਤਾਂ ਰਿੰਗ ਕਾਫੀ ਦੇਰ ਤੋਂ ਬਣੀ ਹੋਈ ਸੀ ਅਤੇ ਮੈਂ ਇੰਡੀਆ ਨਹੀਂ ਸੀ ਜਾ ਪਾਈ, ਇਸ ਕਰਕੇ ਮੈਂ ਲੈ ਕੇ ਨਹੀਂ ਸੀ ਆਈ। ਅਤੇ ਫਿਰ ਮੈਂ 2024 ਦੇ ਵਿੱਚ ਹੀ ਜੂਨ ਐਂਡ ਦੇ ਵਿੱਚ ਇੰਡੀਆ ਗਈ, ਅਤੇ ਚਲੋ ਮੈਂ ਜੁਲਾਈ ਦੇ ਵਿੱਚ ਉਹ ਲੈ ਕੇ ਆਈ ਰਿੰਗ। ਅਤੇ ਸੰਗਤ ਜੀ ਜਦੋਂ ਮੈਂ ਰਿੰਗ ਲੈ ਕੇ ਆਈ ਹਾਂ ਅਤੇ ਚਲੋ ਮੈਂ ਉੱਥੇ ਪਾ ਲਈ ਸੀ ਜੁਲਾਈ ਦੇ ਵਿੱਚ। ਉਸ ਟਾਈਮ ਮੈਨੂੰ ਇੰਨਾ ਪਤਾ ਨਹੀਂ ਸੀ ਕੁਛ ਵੀ, ਕਿ ਗੁਰੂ ਜੀ ਹੋਣਾ ਨੂੰ ਇਹ ਪਸੰਦ ਨਹੀਂ ਸੀ, ਇੱਦਾਂ ਦਾ ਕੋਈ ਮੈਂ ਸਤਸੰਗ ਸੁਣਿਆ ਨਹੀਂ ਸੀ। ਅਤੇ ਫਿਰ ਮੈਂ ਅਗਸਤ ਸਤੰਬਰ ਮਤਲਬ ਜੁਲਾਈ ਦੇ ਵਿੱਚ ਮੈਂ ਪਾਈ, ਐਂਡ ਜੁਲਾਈ 'ਚ ਅਗਸਤ ਸਤੰਬਰ ਮਤਲਬ 2-2.5 ਮਹੀਨੇ ਮੈਂ ਰਿੰਗ ਪਾਈ ਆ। ਅਤੇ ਗੁਰੂ ਜੀ 'ਤੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ ਇਸ ਤਰ੍ਹਾਂ ਕਿ ਇਹ ਮਤਲਬ ਰਿੰਗ ਵਗੈਰਾ ਜਿਹੜੇ ਇਸ ਤਰ੍ਹਾਂ ਸਟੋਨ ਵਾਲੀਆਂ ਉਹ ਨਹੀਂ ਪਾਈ ਦੀਆਂ। ਤਾਂ ਮੈਂ ਸੰਗਤ ਜੀ ਮੈਂ ਇਹ ਸੋਚਦੀ ਸੀ, ਮੈਂ ਕਿਹਾ ਨਹੀਂ ਮੈਨੂੰ ਤਾਂ ਇਹ ਮਤਲਬ ਚਲੋ ਬਾਬਾ ਜੀ ਵੀ ਗੁਰਬਾਣੀ ਦੇ ਨਾਲ, ਮੈਂ ਕਿਹਾ ਵੀ ਨਹੀਂ ਮੈਂ ਤਾਂ ਚਲੋ ਨੋਰਮਲ ਸਟੋਨ, ਮੈਂ ਕਿਹੜਾ ਗਲਤ ਆ ਵੀ ਨੋਰਮਲ ਸਟੋਨ ਹੀ ਉਹਨਾਂ ਨੇ ਮੈਨੂੰ ਪਵਾਇਆ। ਮੈਂ ਕਿਹਾ ਗੁਰੂ ਜੀ ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ ਇਸ ਸਟੋਨ ਬਾਰੇ। ਅਤੇ ਚਲੋ ਮੈਂ ਕਿਹਾ ਤੁਹਾਡੀ ਸੰਗਤ ਦੇ ਨਾਲ ਹੀ ਮੈਂ ਜੁੜੀ, ਤੁਸੀਂ ਆਪਣੀ ਸੰਗਤ ਬਣਾਇਆ ਮੈਨੂੰ, ਅਤੇ ਚਲੋ ਮੈਨੂੰ ਨਹੀਂ ਪਤਾ ਹੁਣ ਗੁਰੂ ਜੀ, ਚਲੋ ਮੈਂ ਰਿੰਗ ਪਾਈ ਹੈ, ਚਲੋ ਮੈਂ ਤਾਂ ਚੰਗੇ ਲਈ ਪਾਈ ਹੈ ਕਿ ਚਲੋ ਇਹ ਹੁਣ ਤੁਹਾਨੂੰ ਪਤਾ ਕਿਸ ਤਰ੍ਹਾਂ। ਅਤੇ ਸੰਗਤ ਜੀ ਤੁਸੀਂ ਸੱਚ ਕਰਕੇ ਜਾਣਾ, ਮੈਂ ਉਸ ਰਿੰਗ ਨੂੰ ਬੜਾ ਸੰਭਾਲ ਕੇ ਰੱਖਿਆ, ਹਰ ਟਾਈਮ ਦੇਖਦੀ ਸੀ। ਅਤੇ ਗੁਰੂ ਜੀ ਦਾ ਮਤਲਬ 2 ਵਾਰੀ ਮੈਨੂੰ ਸਤਸੰਗ ਉਹਦੇ ਇੱਥੇ ਯੂਰਪ ਦੇ ਗਰੁੱਪ ਦੇ ਵਿੱਚ ਵੀ ਇੱਕ ਅੰਕਲ ਜੀ ਉਹਨਾਂ ਨੇ ਵੀ ਕਿਹਾ ਕਿ ਗੁਰੂ ਜੀ ਨੇ ਮੈਨੂੰ ਕਿਹਾ ਸੀ, ਜਦੋਂ ਗੁਰੂ ਜੀ ਆਪਣੇ ਉੱਥੇ ਦਿੱਲੀ ਮਤਲਬ ਮੰਦਰ ਦੇ ਵਿੱਚ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਸਟੋਨ ਵਾਲੀ ਰਿੰਗ ਨਹੀਂ ਪਾਉਣੀ, ਤੁਸੀਂ ਉਤਾਰ ਦਿਓ। ਤਾਂ ਅੰਕਲ ਜੀ ਕਹਿੰਦੇ ਕਿ ਮੈਂ ਰਿੰਗ ਉਤਾਰੀ ਨਹੀਂ ਸੀ, ਅਤੇ ਮੈਂ ਇਸ ਤਰ੍ਹਾਂ ਜਦੋਂ ਗੁਰੂ ਜੀ ਦੇ ਕੋਲ ਜਾਂਦਾ ਸੀ ਤਾਂ ਮੈਂ ਛੁਪਾ ਲੈਂਦਾ ਸੀ ਉਸ ਰਿੰਗ ਨੂੰ। ਅਤੇ ਫਿਰ ਕਹਿੰਦੇ ਇੱਕ ਦਿਨ ਪਤਾ ਹੀ ਨਹੀਂ ਚੱਲਿਆ ਮੈਨੂੰ ਕਿੱਥੇ ਮੇਰੀ ਰਿੰਗ ਗਿਰ ਗਈ। ਅਤੇ ਸੰਗਤ ਜੀ ਫਿਰ ਮੈਨੂੰ ਵੀ ਉਹ 2 ਵਾਰੀ ਮੈਨੂੰ ਸਤਸੰਗ ਉਹ ਸ਼ੇਅਰ 2 ਵਾਰੀ ਮੈਂ ਸੁਣਿਆ। ਮੈਂ ਕਿਹਾ ਫਿਰ ਇੱਕ ਦਿਨ ਬਸ ਮੈਨੂੰ ਪਤਾ ਹੀ ਨਹੀਂ ਚੱਲਿਆ ਕੰਮ 'ਤੇ, ਅਤੇ ਦੁਪਹਿਰ ਤੱਕ ਮੈਂ ਦੇਖੀ ਕਿ ਰਿੰਗ ਹੈਗੀ ਸੀ ਮੇਰੇ ਹੱਥ ਦੇ ਵਿੱਚ। ਅਤੇ ਮੈਂ ਉਸ ਟਾਈਮ ਸੋਚਦੀ ਮੈਂ ਕਿਹਾ ਥੋੜ੍ਹੀ ਮਤਲਬ ਇਹ ਢਿੱਲੀ ਹੋ ਰਹੀ ਹੈ ਅਤੇ ਕਿਤੇ ਗਿਰ ਨਾ ਜਾਵੇ। ਅਤੇ ਮੈਂ ਬੜਾ ਧਿਆਨ ਰੱਖਿਆ, ਪਰ ਮੈਨੂੰ ਜਦੋਂ ਗਿਰੀ ਆ ਰਿੰਗ ਦਾ ਮੈਨੂੰ ਨਹੀਂ ਪਤਾ ਚੱਲਿਆ ਸੰਗਤ ਜੀ ਕਿ ਉਹ ਰਸਤੇ ਵਿੱਚ ਗਿਰੀ ਆ ਰਿੰਗ, ਕਿ ਉਹ ਮੇਰੇ ਕੰਮ 'ਤੇ ਗਿਰੀ ਆ। ਅਤੇ ਮੈਂ 2 ਘੰਟੇ ਬਾਅਦ ਸਿੱਧੀ ਮੈਂ ਕੰਮ ਤੋਂ ਗੁਰਦੁਆਰਾ ਸਾਹਿਬ ਗਈ। ਜਦੋਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਬੈਠੀ ਹਾਂ, ਮੈਂ ਆਪਣੇ ਹੱਥ ਵੱਲ ਉਸ ਟਾਈਮ ਦੇਖਿਆ ਅਤੇ ਮੇਰੇ ਰਿੰਗ ਹੈ ਨਹੀਂ। ਮੈਂ ਇੱਕਦਮ ਮੈਂ ਕਿਹਾ ਹਾਏ ਮੇਰੀ ਰਿੰਗ ਕਿੱਥੇ ਗਿਰ ਗਈ, ਕੀ ਹੋ ਗਿਆ ਹੈ ਨਾ। ਅਤੇ ਮੈਂ ਜਾ ਕੇ ਮਤਲਬ ਗੁਰਦੁਆਰਾ ਸਾਹਿਬ ਉੱਥੇ ਦੇਖਿਆ ਜਿੱਥੋਂ ਮਤਲਬ ਜੋੜਾ ਘਰ 'ਚ ਸਾਰੇ, ਮੈਂ ਕਿਹਾ ਸ਼ਾਇਦ ਇੱਥੇ ਕਿਤੇ ਗਿਰੀ ਹੋਏਗੀ, ਪਰ ਮੈਨੂੰ ਕਿਤੇ ਨਹੀਂ ਰਿੰਗ ਦਿਸੀ। ਫਿਰ ਚਲੋ ਮੈਂ ਸੋਚਿਆ ਮੈਂ ਕਿਹਾ ਸ਼ਾਇਦ ਮੇਰੇ ਕੰਮ 'ਤੇ ਨਾ ਗਿਰੀ ਹੋਵੇ।
ਮੈਂ ਕਿਹਾ ਰਸਤੇ 'ਚ ਤਾਂ ਮੈਨੂੰ ਪਤਾ, ਮੈਂ ਕੰਮ 'ਤੇ ਵੀ ਦੇਖਿਆ, ਮੈਨੂੰ ਕਿਤੇ ਨਹੀਂ ਉਹ ਰਿੰਗ ਮਿਲੀ। ਅਤੇ ਫਿਰ ਮੈਨੂੰ ਹੋ ਗਿਆ, ਮੈਂ ਕਿਹਾ ਵੀ ਨਹੀਂ, ਬਸ ਗੁਰੂ ਜੀ ਚਾਹੁੰਦੇ ਸੀ ਕਿ ਮੈਂ ਰਿੰਗ ਨਾ ਪਾਵਾਂ, ਅਤੇ ਇਸ ਕਰਕੇ ਮੇਰੀ ਰਿੰਗ ਗਿਰ ਗਈ ਆ। ਪਰ ਫਿਰ ਵੀ ਮਨ ਦੇ ਵਿੱਚ ਇਹ ਸੀ, ਇੰਨੇ ਪੈਸੇ ਲਾਏ, ਅਸੀਂ ਇਨਸਾਨ ਆ, ਫਿਰ ਵੀ ਇਹ ਸੋਚਦੇ ਅਸੀਂ ਇਹ ਜਿਹੀਆਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਾਂ। ਅਤੇ ਫਿਰ ਚਲੋ ਮੈਂ ਕਿਹਾ ਚਲੋ ਜੋ ਗੁਰੂ ਜੀ ਦੀ ਕਿਰਪਾ। ਲੇਕਿਨ ਹਫ਼ਤੇ ਬਾਅਦ ਫਿਰ ਮੈਨੂੰ, ਮੈਂ ਕਿਹਾ ਹਾਏ ਮੇਰੀ ਰਿੰਗ ਮਿਲੀ ਨਹੀਂ, ਹੈ ਨਾ, ਪਤਾ ਨਹੀਂ ਗੁਰੂ ਜੀ ਕੀ ਆ। ਫਿਰ ਗੁਰੂ ਜੀ ਨੇ ਮੈਨੂੰ ਇੱਕ ਸੰਗਤ ਜੀ ਦਾ ਮਤਲਬ ਸੁਣਾ ਤਾ ਸਤਸੰਗ, ਅਤੇ ਉਹਨਾਂ ਦੀ ਰਿੰਗ ਵੀ ਇਸ ਤਰ੍ਹਾਂ ਗੁੰਮ ਹੋਈ ਸੀਗੀ। ਅਤੇ ਗੁਰੂ ਜੀ ਕਹਿੰਦੇ ਕਿ ਨਹੀਂ, ਇਹ ਸਟੋਨ ਵਾਲੀਆਂ ਰਿੰਗ ਨਹੀਂ ਪਾਉਣੀਆਂ, ਤੁਹਾਡੇ ਲਈ ਅੱਛੀਆਂ ਨਹੀਂ ਹੁੰਦੀਆਂ। ਫਿਰ ਮੈਨੂੰ ਯਕੀਨ ਹੋ ਗਿਆ ਕਿ ਨਹੀਂ, ਗੁਰੂ ਜੀ ਵਾਰ ਵਾਰ ਮੈਨੂੰ ਕਹਿ ਰਿਹਾ ਮੇਰੇ ਲਈ ਚੰਗੀ ਨਹੀਂ ਸੀ। ਫਿਰ ਲੱਗਣਾ ਬਸ, ਪੈਸੇ ਤਾਂ ਬਹੁਤ ਲੱਗੇ ਸੀ, ਪਰ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਕੋਈ ਇੰਨਾ ਅਫਸੋਸ ਨਹੀਂ ਹੋਇਆ। ਕਿ ਮੈਂ ਕਿਹਾ ਨਹੀਂ, ਜੋ ਗੁਰੂ ਜੀ ਨੇ ਕੀਤਾ। ਫਿਰ ਮੈਨੂੰ ਇਹ ਵੀ ਅਹਿਸਾਨ ਹੋਇਆ ਕਿ ਜੋ ਕਰਤਾ ਸਾਰਾ ਕੁਛ ਗੁਰੂ ਜੀ ਰਹਿ ਰਹੇ ਸੀ। ਅੱਜ ਤੱਕ ਮੈਨੂੰ ਗੁਰੂ ਜੀ ਬਚਾ ਰਹੇ ਸੀ। ਜੋ ਵੀ ਸੀਗਾ, ਬਹੁਤ ਸਾਡੇ ਭਾਰੀ ਭਾਰੀ ਕਸ਼ਟ ਆਏ ਸਾਡੇ 'ਤੇ, ਮੇਰੇ ਸਰੀਰ 'ਤੇ ਵੀ ਇੰਨੇ, ਮਤਲਬ ਕੁਛ ਦੱਸ ਨਹੀਂ ਸਕਦੀ ਹੈ ਨਾ ਕੀ ਕੁਛ ਹੋਇਆ। ਲੇਕਿਨ ਫਿਰ ਵੀ ਗੁਰੂ ਜੀ ਮੈਨੂੰ ਉਠਾ ਕੇ ਮਤਲਬ ਹਿੰਮਤ ਦੇ ਰਿਹਾ ਸੀ। ਮੈਂ ਕੰਮ ਵੀ ਕਰ ਰਹੀ ਸੀ, ਘਰ ਦਾ ਵੀ ਕਰ ਰਹੀ ਸੀ, ਬਾਹਰ ਵੀ ਕਰ ਰਹੀ ਸੀ, ਉਹ ਗੁਰੂ ਜੀ ਦੀ ਹਿੰਮਤ ਦੇ ਨਾਲ ਸੀ। ਅਤੇ ਜੋ ਅੱਗੇ ਵੀ ਕੰਮ ਹੋਣੇ ਸੀ, ਲੇਕਿਨ ਉਹ ਸ਼ਾਇਦ ਮੈਂ ਰਿੰਗ ਪਾਈ ਹੋਈ ਸੀ, ਮੈਨੂੰ ਇਹ ਹੋਣ ਲੱਗਣਾ ਸੀ ਸ਼ਾਇਦ ਮੈਂ ਰਿੰਗ ਪਾਈ ਇਸ ਕਰਕੇ ਹੋ ਰਿਹਾ। ਲੇਕਿਨ ਕਰ ਤਾਂ ਗੁਰੂ ਜੀ ਰਹਿ ਰਹੇ ਸੀ, ਗੁਰੂ ਜੀ ਦੀ ਕਿਰਪਾ ਸੀ, ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਸੀ ਸਾਰਾ ਕੁਛ। ਇਸ ਕਰਕੇ ਗੁਰੂ ਜੀ ਨੇ ਉਹ ਰਿੰਗ ਵੀ ਕੱਢ ਦਿੱਤੀ। ਲੇਕਿਨ ਉਸ ਤੋਂ ਬਾਅਦ ਬਸ ਫਿਰ ਮੈਂ ਉਹਨਾਂ ਨੂੰ, ਮਤਲਬ ਜਿਨ੍ਹਾਂ ਨੇ ਮੈਨੂੰ ਰਿੰਗ ਪਵਾਈ ਸੀ, ਮੈਂ ਉਹ ਬਾਬਾ ਜੀ ਨੂੰ ਫੋਨ ਕੀਤਾ। ਮੈਂ ਕਿਹਾ ਇਸ ਤਰ੍ਹਾਂ ਮੇਰੀ ਰਿੰਗ ਗੁੰਮ ਗਈ ਆ, ਅਤੇ ਮੈਂ ਕੀ ਕਰਾਂ। ਉਹ ਕਹਿੰਦੇ ਤੇਰੀ ਰਿੰਗ ਗੁੰਮੀ ਨਹੀਂ, ਗਵਾਈ ਗਈ ਆ। ਅਤੇ ਮੈਂ ਕਿਹਾ ਚਲੋ ਮੈਨੂੰ ਦੱਸੋ ਵੀ ਕੀ ਹੋਇਆ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਮੇਰਾ ਕਾਫੀ ਦੇਰ, ਹੈ ਨਾ, ਕੁਛ ਨਹੀਂ ਦੱਸਿਆ। ਫਿਰ ਬਸ ਮੇਰਾ ਮਨ ਹੋ ਗਿਆ ਕਿ ਮੈਂ ਕਿਹਾ ਨਹੀਂ, ਮੈਂ ਜੋ ਕਹਿਣਾ ਗੁਰੂ ਜੀ ਨੂੰ ਕਹਿਣਾ, ਮੈਂ ਕੁਛ ਨਹੀਂ, ਬਸ ਜੋ ਮੇਰੇ ਗੁਰੂ ਜੀ ਕਰਨਗੇ ਉਹ ਸਭ ਠੀਕ ਆ, ਬਸ ਉਹੀ ਮੈਨੂੰ ਮਨਜ਼ੂਰ ਆ। ਬਸ ਇਸ ਤਰ੍ਹਾਂ ਬਸ। ਹੋਰ ਬਾਕੀ ਸੰਗਤ ਜੀ ਜਦੋਂ ਮੈਨੂੰ ਫਿਰ ਦੁਬਾਰਾ, ਮੈਂ ਬਹੁਤ ਗੱਲਾਂ ਭੁੱਲ ਜਾਂਦੀ ਹਾਂ, ਹੈ ਬਹੁਤ ਸਤਸੰਗ ਆ, ਛੋਟੇ ਛੋਟੇ ਬਹੁਤ ਹੈ। ਚਲੋ ਅਗਲੇ ਸਤਸੰਗ ਦੇ ਵਿੱਚ ਸ਼ੇਅਰ ਕਰਾਂਗੀ। ਅਤੇ ਮੈਂ ਗੁਰੂ ਜੀ ਦੇ ਮੰਤਰ ਦੇ ਨਾਲ ਹੀ ਸਤਸੰਗ ਦੀ ਸਮਾਪਤੀ ਕਰਦੀ, ਅਤੇ ਅਗਲੇ ਦੀ ਤਿਆਰੀ ਕਰਦੀ ਹਾਂ। ਓਮ ਨਮः ਸ਼ਿਵਾਏ, ਸ਼ਿਵ ਜੀ ਸਦਾ ਸਹਾਏ। ਓਮ ਨਮः ਸ਼ਿਵਾਏ, ਗੁਰੂ ਜੀ ਸਦਾ ਸਹਾਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। शुक्राना संगत जी, शुक्राना गुरु जी महाराज। जय जय गुरु जी महाराज। गुरु प्यारी संगत जी, आप सभी संगत जी का भी शुक्राना। आप सभी संगत जी ने अपने सत्संग शेयर किए हैं, स्वयं का भी कल्याण किया है और अपने पूरे संगत परिवार का भी कल्याण करने जा रहे हैं। अभी आप सुनने जा रहे हैं अगला सत्संग, जो कि हमें व्हाट्सएप पर ऑडियो फाइल के रूप में प्राप्त हुआ है। संगत जी के मोबाइल के लास्ट 4 डिजिट्स हैं 2714। जय गुरु जी महाराज। अनंतम अनंतम शुक्राना गुरु जी महाराज। जय गुरु जी संगत जी। मैं मुंबई से बोल रही हूँ और मैं गुरु जी का शुक्राना करना चाहूँगी। और गुरु जी का शुक्राना मैं गुरु जी के मंत्र जाप से करना चाहूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी संगत जी। संगत जी, आज का मेरा सत्संग बहुत सारे शुक्राने के साथ है और गुरु जी के बहुत सारे शुक्राने जमा हो चुके हैं मेरे पास। और बहुत दिनों से मैंने शुक्राना किया नहीं है। गुरु जी का बहुत दिनों से आ रहा था मैसेज कि शुक्राना कर कुड़िए, शुक्राना कर। काफ़ी दिन हो गए मैंने शुक्राना नहीं किया, तो माफ़ करना गुरुपा। हम कभी कभी अपने टेंशन में, अपने प्रॉब्लम्स में और अपने घर के जो भी रिस्पॉन्सिबिलिटीज़ होती है वो सब में हम चाह के भी कभी कभी कर नहीं पाते। और कभी कभी कुछ अगर टेंशन वाली बात हो जाए लाइफ में, ऐसी कुछ टाइम आपके टफ टाइम चल रहे हो और आप उस टाइम इतना टेंशन में रहते हैं, तो कभी कभी ऐसा होता है कि आप चाहते तो हो शुक्राना करना, लेकिन नहीं कर पाते क्योंकि उस तरीके से आप शायद अपने आप को तैयार नहीं कर पाते हो क्योंकि बहुत टेंशन में रहते हो। तो उस वक्त शायद शुक्राना करना नहीं हो पा रहा था। इसके लिए क्षमा चाहूँगी गुरुपा।
कि मुझे देर हो गई इस बार शुक्राना करने के लिए। गुरुजी ने संगत जी बहुत बार मुझे फिर से मैसेज दिए, बहुत सारे मेरे पर काफ़ी साइकिक अटैक बैक टू बैक हो रहे थे। गुरुजी ने बहुत सारे मैसेजेस से ब्लैक मैजिक के मैसेज देकर मेरी रक्षा की है। बहुत बार मुझे बताया कि बहुत सारे मुझ पे मारन किया फिर से की जा रही थी, और जैसे कि गुरुजी ने सत्संग सुना के मेरी जो ब्लैक मैजिक है उन्हें ख़त्म किया है और मेरे उन बड़े बड़े कष्टों को बहुत छोटे छोटों में काट दिया है। गुरुजी ने सारे ब्लैक मैजिक ख़त्म किए मुझे सत्संग सुनवाकर। और बहुत सारी गुरुजी मुझे बोल रहे हैं मेरे घर पे काले धागे पड़े हैं, वो मुझे अभी तक मिला नहीं है। पहले जो भी था मैंने निकाल दिया है संगत जी, लेकिन अभी एक और काला धागा गुरुजी बोल रहे थे, तो अभी मुझे समझ नहीं आया कि कहाँ है, लेकिन मैं देखूंगी। और इसके अलावा गुरुजी ने संगत जी मुझे बॉटल बोल रहे थे, जो कुछ बॉटल्स खाली ग्लास के बॉटल्स पड़े हुए हैं काफ़ी दिनों से, तो वो भी निकालने के लिए वो पड़े हुए थे। मुझे याद ही नहीं था कि मेरे पास कोई कांच के या ग्लास के जो बॉटल्स है वो है, जो काफ़ी दिनों से ऐसे ही मैंने रखे हुए थे, तो वो पड़े हुए थे लेकिन मुझे ध्यान नहीं था। और मैं सोच रही थी गुरुजी बोल रहे हैं कि कांच के बॉटल्स हैं वो निकाल देना घर से, ये सारी चीज़ें पुरानी चीज़ें, लेकिन मुझे ध्यान ही नहीं आया कि मेरे पास तो कोई भी कांच के बॉटल्स नहीं है। मैं बिल्कुल ही भूल गई थी कि मेरे कहीं स्टोरेज में वो पड़ा हुआ था। तो मुझे सच में याद आया संगत जी बाद में कि वो है और वो निकाल दूंगी गुरुजी मैं बहुत ही जल्दी, मुझे अभी याद आया वो। तो और संगत जी हम भूल जाते हैं, लेकिन गुरुजी हमारे घर के हर एक कोने को क्या है नहीं है उन्हें सब याद रहता है। और गुरुजी कहते हैं जो भी पुरानी चीज़ें पड़ी है उनसे वो भी नेगेटिविटी को अट्रैक्ट करते हैं, तो हमें वो हटा देना चाहिए घर से। और इसके अलावा गुरुजी सत्संग सुनाकर, जैसे ब्लैक मैजिक, जैसे मुझे एक बार गुरुजी ने मारन क्रिया के जैसे स्टमक कैंसर या फिर से कैंसर वाली मैसेज सुनाए, जैसे स्टमक कैंसर एंड गर्दन और कान पे का गर्दन के कैंसर, ये सब सुनाकर गुरुजी ने कहा कि जो मारन क्रिया की जा रही है तो ये सत्संग सुन, मैं तेरे सारे ब्लैक मैजिक खत्म करूंगा। तो गुरुजी आपका बहुत बहुत अनंतम शुक्राना। संगत जी जो मेरे अपने हैं, जो करीबी है, वो कंटिन्यूअसली मुझे साइकिक अटैक एक के बाद एक ब्लैक मैजिक कर रहे हैं, मारन क्रिया कर रहे हैं, और किसी भी तरीके से कुछ भी छोड़ा नहीं है संगत जी। तो और मैं सिर्फ और सिर्फ आज अगर जिंदा हूँ तो सिर्फ गुरुजी की वजह से। हमें तो पता ही नहीं चलता है संगत जी कि हमारे पीठ पीछे कौन क्या कर रहा है। गुरुजी है जिन्हें सब कुछ दिखता है, जो सब जानते हैं, वो तो जानी जाने हैं, वो तो स्वयं महाशिव है। तो गुरुजी को मालूम रहता है कि कौन क्या कर रहे हैं, और गुरुजी कहते तू सब मुझ पे छोड़ दे कुड़िए, तू बस नाम जप कर और शुक्राना कर, मैं सब संभाल लूंगा, मैं देख लूंगा उन्हें जो बिना वजह तुझे परेशान कर रहे हैं, तो मैं सबको देख लूंगा, तू कुछ मत बोल, मैं सबको देख लूंगा, मैं सबको उनकी कर्मों की सजा मैं खुद दूंगा जाकर, तो तू चिंता ना कर। तो गुरुजी ने, मैंने तो सब कुछ गुरुजी के ऊपर छोड़ दिया है संगत जी, क्योंकि हम तो देखते भी नहीं है, जानते भी नहीं है कौन हमारे पीछे क्या कर रहा है। हाँ, मुझे पूरा डाउट तो था, लेकिन अभी तो पूरा यकीन हो गया, मुझे पता है ये संगत जी कि कौन है, कौन कर रहा है, मेरे फैमिली से ही है, मेरे बहुत करीबी रिश्ते में है। लेकिन अब मैं नाम तो नहीं ले सकती, लेकिन हाँ, गुरुजी ने मुझे उनके यहाँ तक कि फ़ोन उठाने के लिए भी मना किया, उन्होंने बात करने के लिए मना किया। गुरुजी ने कहा जो भी तेरे लिए सही नहीं थे उन सब से मैंने तुझे दूर कर दिया है, क्योंकि वो लोग तेरे लिए बिल्कुल भी सही नहीं थे। और मैं गुरुजी पे आंख बंद करके विश्वास करती हूँ, क्योंकि गुरुजी है जो हमारी रक्षा करते हैं और हमसे सच्चे दिल से प्यार करते हैं। वरना यहाँ पे लोग
दुनिया में तो लोग, आधे से ज़्यादा लोग तो आपके जो अपने होते हैं कभी-कभी मुखौटा पहने घूमते रहते हैं, तो आप पता ही नहीं चलता है कि ऊपर इतना मीठा बोलते हैं और पीठ पीछे ये सब करते हैं। तो मैं गुरुजी से यही कहूँगी कि उन्हें सद्बुद्धि दें कि वो ना ये सब हरकतें ना करे, वो खुद भी जिए और दूसरों को भी जीने दे, क्योंकि ये किसी और को इतना परेशान करना बेवजह सिर्फ और सिर्फ जेलसी के कारण, ये बहुत गलत है संगत जी। लेकिन ऐसे लोगों का हम क्या कर सकते हैं, क्योंकि उन्हें अगर वो अकल होती तो वो ये सोचते कि ये सब करना सही नहीं है। लेकिन अभी गुरुजी ही उन्हें सद्बुद्धि दे ताकि वो उन्हें वो सब चीजों को समझ पाए। और मैं ये कहना चाहूंगी, इसके अलावा गुरुजी ने मुझे बहुत दिनों बाद, मैं अपने फैमिली से बहुत दूर रहती हूँ संगत जी, तो बहुत दिनों से मेरा जाने का मन बहुत कर रहा था अपने पेरेंट्स से मिलने के लिए, अपने भाई बहनों से मिलने के लिए। मैं दूर रहती हूँ उनसे, तो मैं गई। गुरुजी ने मुझे खुद मेरे साथ गए और गुरुजी ही मुझे वापस भी लेकर आए बहुत अच्छे से। तो बहुत अच्छा लगा, मैं अपने फैमिली के साथ टाइम स्पेंड करके आई और गुरुजी ने बहुत अच्छी जर्नी मेरी की और मुझे साथ भी लेकर गए और गुरुजी भी साथ लेकर आए। उसके लिए भी गुरुजी का बहुत 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 शुक्राना। और जब मैं वापस आ रही थी एयरपोर्ट से घर की तरफ आ रही थी संगत जी, तो मुझे गुरुजी ने गाड़ियों में 777 की ब्लेसिंग भी दी। आपका इसके लिए भी गुरुजी आपका बहुत 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 शुक्राना। इसके अलावा गुरुजी ने और भी बहुत सारी ब्लेसिंग्स दी है अपने चंदन टीके में। और गुरुजी ने मुझे बटरफ्लाई और मोर के दर्शन भी करवाए संगत जी। बहुत दिनों से गुरुजी मुझे सत्संग सुना रहे थे कि मोर के दर्शन, तो मेरे मन में ऐसा आया कि हमारे यहाँ मुंबई में कहाँ मोर के दर्शन हो सकते हैं, तो हम तो पिजन के रूप में या बटरफ्लाई के रूप में गुरुजी के दर्शन पाते हैं। लेकिन गुरुजी ने ये बात मेरे मन में आई और गुरुजी का सत्संग आया कि मोर के दर्शन मिले, मोर के दर्शन हुए संगत जी को। तो उसके बाद ही लगातार 2-3 सत्संग गुरुजी ने सुनाया मोर के दर्शन के। और उसके बाद मुझे रियल में तो नहीं लेकिन मोबाइल में बहुत 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 सारे मोर के दर्शन के बहुत सारे वीडियोस आए अचानक से, और एक बार नहीं संगत जी, कई बार। तो उसके लिए भी गुरुजी बहुत 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 शुक्राना। रियल में मुंबई में तो पॉसिबल नहीं था, लेकिन शायद अपने वीडियो के जरिए मुझे मोर के दर्शन करा दिए। आपका बहुत 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 शुक्राना करूंगी। और संगत जी इसके अलावा मैं जब कलकत्ता से मतलब मेरे मम्मी पापा कलकत्ता में रहते हैं, मेरे पेरेंट्स, तो वहां से जब मैं आई और मेरी सारी चीजें मुझे जो भी करना है, जो भी मेरी कुछ काम जो भी थे, गुरुजी के बहुत प्यारे प्यारे मैसेज आ रहे थे कि तू चिंता ना कर, तेरा सारा काम मैं खुद चल के कराऊंगा। तो अभी तक मेरे काम हुए नहीं है संगत जी, क्या काम है क्या है मैं सत्संग होने के बाद बताऊंगी कभी। लेकिन गुरुजी का इसके लिए भी मैं बहुत बहुत शुक्राना करती हूँ, क्योंकि गुरुजी का इतना कहना भी बहुत बड़ा हौसला देता है हमें। कभी कभी हम थोड़ा पेशेंस खो देते हैं और टूट जाते हैं कि जब काम नहीं बन रहा होता है, लेकिन गुरुजी के ये हौसले भरे मैसेज ही हमें इतना हौसला दे, हमें काम करने के लिए एनर्जी आ जाती है फिर से, और हम एक नई जज्बे में फिर से काम में लग जाते हैं। तो गुरुजी का इसके लिए भी मैं बहुत बहुत शुक्राना करूंगी। गुरुजी आए दिन बहुत प्यारे प्यारे मैसेज देते हैं गुरुजी, तो आपका इसके लिए बहुत अनंतम 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 शुक्राना करूंगी गुरुपा। और इसके अलावा गुरुजी जो भी मेरी सिचुएशन है, बट इस सिचुएशन में भी मैं थोड़ा सा टफ
टाइम से ज़रूर गुजर रही हूँ, लेकिन इसके बावजूद भी मुझे संगत जी, गुरु जी ने किसी बात की कोई तकलीफ नहीं होने दी है। मुझे जब भी कोई किसी चीज़ की ज़रूरत हुई है, गुरु जी ने तुरंत वहाँ पे हाजिर कर दिया है। थोड़े दिन पहले मुझे पैसों की ज़रूरत थी, गुरु जी ने वो भी मुझे पता नहीं कैसे कहाँ से कहीं ना कहीं से वो आ जाता है। एक बार नहीं, दो बार उन्होंने ऐसा किया है। मुझे पैसों की ज़रूरत थी और उन्होंने इंतज़ाम करवा दिया मुझे पैसों का। मुझे पता ही नहीं चला कैसे, मैंने सोचा भी नहीं था कि ऐसे आ जाएंगे। तो गुरुजी ने मुझे ऐसे मेरा पैसों का इंतज़ाम करा दिया। उसके लिए भी गुरुजी का बहुत 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 शुक्राना करूँगी, क्योंकि मैं बहुत टेंशन में थी, मुझे बहुत ज़रूरत थी पैसों की और गुरुजी ने इतना बड़ा मेरा बहुत बड़ा काम कराया। तो बहुत 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 शुक्राना गुरुपा आपका। आप छोटी छोटी हर एक बात को जानते हैं, छोटी छोटी हर एक प्रॉब्लम जो भी हम फेस कर रहे हैं या हमारे दिल दिमाग में जो चल रहा है और जो भी टेंशन रहती है, आप सब कुछ अब संभाल लेते हो। हमें बोलने की भी कभी कभी ज़रूरत नहीं पड़ती, आप सब कुछ कर लेते हो। आपका बहुत 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 शुक्राना। और एक प्यारी सी, छोटी सी प्यारी सी और एक बहुत खूबसूरत सा सत्संग हुआ है मेरे साथ। गुरुजी ने मुझे कहा था जब मैं अपने होम टाउन थी, गुरुजी ने मुझसे कहा था कि मैं कुड़िए तुझे दर्शन देने आऊँगा। तो मैं मन ही मन सोच रही थी कि मैं तो अपने पेरेंट्स के घर हूँ, तो गुरुजी मेरे घर तो नहीं आ पाएंगे, तो शायद यहीं पे आएंगे। तो गुरुजी ने मुझे बहुत खूबसूरत खुद के फ्रेग्रेंस से मुझे दर्शन दिए, जिसके लिए भी पहली बार मतलब गुरुजी के रोज के फ्रेग्रेंस मुझे मिले और उसके लिए भी मैं बहुत 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 शुक्राना करूंगी गुरु का। आपका मैं धन्य हो गई। मैं हमेशा सोचती थी कि बहुत बार मैंने सत्संग में सुना था कि गुरुजी के रोज के फ्रेग्रेंस आते हैं, लेकिन कैसे आते हैं, क्या सच में आते हैं, मेरे मन में ये था। और कैसे होता होगा पता नहीं, कैसे सच में ऐसा रोज के फ्रेग्रेंस होते हैं, तो मुझे नहीं पता था कि कैसा होता है, क्या होता है। और सडनली मैं उस दिन जैसे गुरुजी का था कि मैं शाम को आऊंगा दर्शन देने, उस दिन गुरुजी के फ्रेग्रेंस मुझे मिले। गुरुजी के जहाँ पे गुरुजी के मेरे जहाँ पे गुरुजी के स्वरूप थे, उसके आसपास मुझे गुरुजी के फ्रेग्रेंस मिले। बहुत बहुत स्ट्रॉन्ग फ्रेग्रेंस थे रोज के। और हॉल में गुरुजी के स्वरूप रखे थे और मैं वॉक कर रही थी। जस्ट ये कुछ रात के 8:30-9 बजे होंगे और 9-9:30 बजे होंगे। और मैं डिनर के बाद ऐसे ही वॉक कर रही थी और गुरुजी के अचानक से फ्रेग्रेंस मुझे आते हैं, इतने स्ट्रॉन्ग फ्रेग्रेंस आते हैं। और मुझे लगा कि ये फ्रेग्रेंस कहाँ से आ रहे हैं, गुलाब के फूल है क्या यहाँ पे या नहीं। तो कहीं भी गुलाब के फूल नहीं थे। और मैं दूसरे रूम में भी जाके चेक करती हूँ, लेकिन वहाँ पे फ्रेग्रेंस नहीं थे इतने, लेकिन और किसी और को इतना नहीं आ रहा था, लेकिन मुझे वो फ्रेग्रेंस बहुत आ रहे थे और वो हॉल में ही थे। तो मुझे बहुत बहुत मैं इस बहुत बड़े ब्लेसिंग के लिए आपका बहुत 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 शुक्राना करूंगी गुरुपा। आपका बहुत बहुत शुक्राना, इतने प्यार, इतनी कृपा, इतनी ब्लेसिंग बरसाने के लिए आपको बहुत 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 शुक्राना करूंगी। अनंतम अनंतम शुक्राना गुरुजी। और मैं क्या कहूँ, मैं धन्य हो गई आपकी इतनी प्यार और इतना कृपा पाकर गुरुपा। बस आप पे विश्वास करती हूँ और यही विश्वास हमेशा यूं ही बना रहे। हम ऐसे ही आपके साथ अपनी जर्नी को ऐसे ही चलाते रहे और आप हमें ऐसे ही मार्गदर्शन करते रहो, ताकि हम कभी भी जिंदगी में किसी गलत रास्ते में कभी भटक ना जाए। बस हमें यूं ही मार्गदर्शन करना और अपने लंगर प्रसाद और जल प्रसाद से हमें ऐसे ही आशीर्वाद देते रहना गुरुपा। अपना प्यार, अपनी कृपा यूं ही हम सारे संगतों पे बरसाना गुरुपा। आपका बहुत बहुत अनंतम अनंतम शुक्राना करूंगी। और संगत जी, मैं यही अपना सत्संग
समाप्त करना चाहूँगी और नेक्स्ट सत्संग के साथ फिर आप सबके सामने हाजिर होंगी। जय गुरु जी। शुक्राना गुरु जी। शुक्राना संगत जी, शुक्राना गुरु जी महाराज। जय जय गुरु जी महाराज। गुरु प्यारे संगत जी, अब आप सुनने जा रहे हैं अगला सत्संग, जो कि हमें व्हाट्सएप पर ऑडियो फाइल के रूप में प्राप्त हुआ है। संगत जी के मोबाइल के लास्ट 4 डिजिट्स हैं 8780। जय गुरु जी महाराज। अनंतम अनंतम शुक्राना गुरु जी महाराज। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। संगत परिवार और मेरे सुनू भैया को भी जय गुरु जी और मेरे गुरु पापा के चरण में अनंतम अनंतम प्रणाम। गुरु पापा ने मुझे बहुत ब्लेस किया है, उसके लिए गुरु पापा आपका लख लख शुक्राना, अनंतम अनंतम शुक्राना, कोटि कोटि शुक्राना, हर चीज़ का शुक्राना मेरे पापा, हर चीज़ का शुक्राना। संगत जी, संडे को बसंत पंचमी थी और सोमवार को भी थी, तो मैं संडे को मैंने खिचड़ी बनाई और मैं अपने मंदिर गई, उधर की साइड मेरी तरफ, और संतोषी माँ का मंदिर था, वहाँ पे गई। और उसके बाद मैंने सोचा ये जो तहरी मैंने बनाई है ये कुछ लोगों को दे दूँ, ज़रूरतमंदों को। तो वैसे मैंने एक बार देखा तो वहाँ बहुत लोग बैठते थे, लेकिन जब मैं गई तो वहाँ पे एक भी व्यक्ति नहीं था। और मैंने सोचा मैं कहाँ दूँ, किसको दूँ। तो एक मैं जा रही थी तो एक रिक्शे वाले भैया ने कहा कहाँ चलना है, तो मैंने कहा कहीं नहीं। तो मैं थोड़ी रुकी, मैंने कहा भैया आप तहरी खाओगे, मैं अभी बना के लाई हूँ, गरम गरम है। तो उसने कहा ठीक है। तो मैंने उसको 2 ना निकाल के दी। तो कहने लगा कि आप मुझे सब दे दो। तो मैंने सोचा, मैंने कहा भैया मैं आगे भी अभी कुछ लोगों को दे दूँगी, तो आप ले लो। उसके बाद मैं आगे गई, मेरा बेटा था, मेरी दीदी थी बड़ी वाली और मेरी बेटी भी थी साथ में। तो आगे मैंने कहा, तो हम जब आगे गए तो आगे मुझे कोई भी नहीं दिखा, का थोड़ा का और आगे निकल गया तब भी कोई नहीं दिखा। तो मेरा बेटा बोला मम्मी जो थे रिक्शा भैया उन्हीं को दे देती, सब जो मांग ही रहे थे तब। हमने कहा चलो ठीक है, पता नहीं कहाँ कितनी दूर हम लोग को चलना पड़ेगा, कोई है भी नहीं। फिर मैं वापस आई और मैंने वो तहरी रिक्शे वाले भैया को दे दी। तो बहुत खुश हो गए, कहने लगे हाँ मैं तो पहले आपसे कहता, मुझे दे दो और मेरे बीवी बच्चों को मैं दूंगा, वो खा के खुश होंगे। तो मैंने कहा ठीक है आप सब ले लो, लगता है ये आप ही के नाम की खिचड़ी है, तहरी है, तो आप सब रख लो। तो उसने सब रख ली, खुश हो गया, वो काफ़ी खुश हो गए थे। और फिर हम जब चलने लगे, वो भी अपना रिक्शे बैठ गए और चलाने के लिए रेडी हो गए, जाने लगे। और जैसे ही हम पीछे मुड़े जाने के लिए तो वो तुरंत ही बोले जय माता की। और गुरु पापा इतना अच्छा लगा जब उन्होंने ये बोला। तो मेरी दीदी ने बोला जय माता की, मैं नहीं बोला जय माता की। और बहुत अच्छा लगा गुरु पापा, बहुत ही ज़्यादा अच्छा लगा। और फिर वो खुशी खुशी चले गए, मैं भी खुशी खुशी अपने घर आ गई और मुझे बहुत अच्छा लगा, बहुत अच्छा लगा। गुरु पापा आपका लख लख शुक्राना। मैं तो सोच रही थी वहाँ कोई मिलेंगे ही नहीं, मुझे खिचड़ी कहीं वापस घर न ले जानी पड़े। और गुरु पापा मैंने आपसे कहा कि गुरु पापा कोई ना कोई मुझे यहाँ पे दिखा दे जिनको मैं ये दे पाऊँ। और गुरु पापा आप, मुझे लग रहा था शायद वो आप ही हों और जिन्होंने मुझे दर्शन दिए। और मैं भी बहुत खुश थी गुरु पापा। मैंने आपसे कहा था गुरु पापा कोई मिल जाए, को आप ही मुझे लगता आ गए थे गुरु पापा। बहुत खुश थी गुरु पापा। ये मेरा अमृत भरा शुक्र सत्संग है और अब मैं तैयारी करूँगी अगले सत्संग की। ओम नमः शिवाय, शिवजी सदा सहाय। ओम नमः शिवाय, गुरुजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी मेरे पापा, लव यू मेरे पापा, लव यू पापा। ओम नमः शिवाय, शिवजी सदा सहाय। ओम नमः शिवाय, गुरुजी सदा सहाय। गुरु प्यारी संगत जी, अब आप सुनने जा रहे हैं अगला सत्संग, जो कि हमें व्हाट्सएप पर ऑडियो फाइल के रूप में प्राप्त हुआ है। संगत जी के मोबाइल के लास्ट 4 डिजिट्स हैं 0940। जय गुरु जी महाराज। अनंतम अनंतम शुक्राना गुरु जी महाराज। जय गुरु जी, शुक्राना गुरु जी, अनंतम अनंतम शुक्राना गुरु महाराज का, अनंतम अनंतम शुक्राना गुरु महाराज का।
सारी संगत को जय गुरु जी। मैं अपना सोनू भैया के चैनल से एक सत्संग शेयर करना चाहती हूँ। पहले मंत्र जाप करूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। सोनू भैया के चैनल से मैंने कई सत्संग शेयर किए हैं। सोनू भैया को भगवान गुरु महाराज बहुत सारा ढेर सारा ब्लेस करना। और मैं अब अपना सत्संग शेयर करती हूँ। ये मेरे और मेरे हस्बैंड के साथ हुआ है, 2 महीने पहले की बात है। तो शायद यही नवंबर की बात है कि हम ये अमृतसर जा रहे थे। तो रास्ते में हम जब यहाँ से चले, मैं वैसे चंबा से हूँ, हिमाचल से, और देवभूमि में मेरा जन्म हुआ है। पर और गुरु परमात्मा से मैं 2022 से जुड़ी हूँ। दिल्ली छतरपुर मंदिर जाके आई हूँ मैं। गुरु जी की अपार कृपा मेरे ऊपर रही है। जब से हम जुड़े हैं तब से मेरे सारे काम, सारा कुछ जितना भी है वो सब गुरु महाराज जी देख रहे हैं। मेरे दोनों बच्चे, मेरे पति, सब गुरु जी के मैंने हवाले किया हुआ है कि गुरु जी मेरा घर परिवार सब आपने देखना है गुरु महाराज। और मेरे फादर नहीं है तो मैं गुरु जी को ही अपना पिता मानती हूँ। तो नवंबर की बात है कि नवंबर में हम जब जा रहे थे तो रास्ते में जैसे बातें करते करते जा रहे थे, मैं क्या करती हूँ कि जब मैं चलती हूँ तो गुरु महाराज जी को बोलती हूँ कि गुरु जी महाराज साथ ही चलो, आप प्लीज साथ ही चलना है आपने गुरु महाराज। और मेरे बच्चों के साथ में भी साथ ही रहना है। तो दोनों बच्चे मेरे बाहर हैं। तो मैंने बोला गुरु महाराज जी को कि गुरु महाराज आपने मेरे साथ ही चलना है। तो मैं और मेरे हस्बैंड जा रहे थे बड़े बेटे के पास, अमृतसर ताज होटल में है वो। तो रास्ते में क्या होता है कि जब हम बातें करते करते जा रहे थे, हमने भजन लगाए हुए थे, शायद हनुमान चालीसा चली हुई थी। तो ऐसा करती हूँ मैं, जब चलती हूँ तो मैं अपने पर्स में गुरु जी को साथ में लेके चलती हूँ। तो गुरु जी तो साथ ही होते हैं, साथ ही बैठे होते हैं। जब हम घर से चलते हैं तो भी बोलते गुरु जी चलो, हम इधर जा रहे हैं, इधर जा रहे हैं, गुरु महाराज आप साथ में चलो। जब हम जा रहे थे तो रास्ते में मेरे हस्बैंड को पता ही नहीं चला, यानी कि सड़क, और इतनी खुली सड़क, और सड़क के हमारी गाड़ी उतर गई। हमारी उतरी तो नहीं, पर जैसे पैराफिट के, यानी कि बड़ी मुश्किल से हार्डली, जैसे बिल्कुल एज पे जाके टर्न हुई। और जिस रास्ते से हम आ रहे थे उसी साइड को उसका गाड़ी का मुंह हो गया। हे भगवान, गुरु महाराज पल पल रक्षा। नहीं तो अगर वहां से गाड़ी नीचे जाती तो हम नहीं बचते थे, दोनों, मैं और मेरे पति, हम नहीं बचते थे। ये तो गुरु महाराज जी साथ नहीं होते तो नहीं बचते थे। और मैं सांसें रुक गई। गाड़ी ऊपर जिस साइड से हम आ रहे थे उसी साइड गाड़ी का मुंह हो गया, और गाड़ी इन्होंने ब्रेक लगाई और रुक गई गाड़ी। ओह, ये क्या हुआ? बस ऐसे हम थोड़ी देर सन्न करके चुप हो गए बिल्कुल, कि आज तो दोनों बच्चे रह जाने थे और हम दोनों तो खत्म हो जाने थे भाई। तो गुरु महाराज, मैंने फटाफट पर्स निकाला और गुरु महाराज आपने बचा लिया, हमें बचा लिया परमात्मा। हे गुरु महाराज आपका लाख लाख बार शुक्राना है। गुरु महाराज लाख लाख बार शुक्राना है। गुरु परमात्मा आप कहाँ कहाँ बचाते हो हमें पता भी नहीं चलता। भगवान लाखों लाखों बार, करोड़ों करोड़ों बार अनंतम अनंतम शुक्राना है गुरु महाराज, अनंतम अनंतम शुक्राना है गुरु महाराज, आपने बचा लिया। हम वापस आए तो पीछे से 2 गाड़ियाँ आई। उन्होंने बोला कि ठाकुर साहब आप आज तो ये क्या हुआ भाई? मैंने बोला परमात्मा ने बचा लिया हमें, नहीं तो हम तो नाले में होने थे, मर गए होने थे इस टाइम को। हे भगवान, गुरु महाराज आपकी इतनी अपार कृपा है ना कि साथ लेके चलो भाई, जब भी चलो साथ लेके चलो गुरु महाराज जी को। ये हर कहीं बचाते हैं हमें, हर कहीं बचाते हैं, हर पल पल बचाते हैं गुरु महाराज हमें। हे मेरे गुरु परमात्मा, मैं तो बोलती हूँ गुरु भगवान बहुत बहुत धन्यवाद आपका गुरु परमात्मा। जितना भी शुक्राना करे उतना कम है महाराज, आपका बचा लिया आपने। फिर वहाँ मत्था टेका हमने, वहाँ मंदिर था एक पीछे, वहाँ मत्था टेका और फिर चल पड़े। थोड़ी देर
मैंने बोला भगवान क्या करें, वहाँ से चले गए जी। हाँ, एक ही ये शुक्राना है मेरा। मैं तो बोलती हूँ गुरु महाराज हर पल पल साथ रखो, बस हर पल पल साथ रहो। ये छोटा सा शुक्राना था। और भी मैं बहुत सारे गुरु महाराज जी ने बहुत सारे ऐसे इंसिडेंट किए हैं हमारे साथ गुरु महाराज ने कि मैं बता नहीं सकती आपको। बहुत बार बचाया है हमें, बहुत बार बचाया है। और घर में भी जैसे कई बार ऐसे बोलना कि गुरु महाराज आज आपने दर्शन नहीं दिए, तो बस कभी क्या, यानी कि कहीं ना कहीं ये आपने दिखाई देते हैं कि हाँ मैं तेरे साथ हूँ। तो जल प्रसाद की महिमा भी बहुत है गुरु महाराज जी की। बस मैं तो यही बोलती हूँ कि गुरु महाराज का गुणगान करते रहो, गुरु महाराज का हर पल गुणगान करते रहो। मैं तो उठते बैठते गुरु जी करती रहती हूँ पूरा दिन रात। जब भी मुझे टाइम मिलता है तो मैं सत्संग सुनती रहती हूँ, ओल्ड सत्संग संगत का सत्संग सुनती रहती हूँ। बहुत अच्छे ये सोनू भैया के चैनल को तो मैं सुनती रहती हूँ, और सोनू भैया के ये 2 चैनल मैं बहुत अच्छे तरीके से सुनती हूँ। शुक्राना संगत जी, शुक्राना गुरुजी महाराज। जय जय गुरुजी महाराज। गुरु प्यारी संगत जी, अब आप सुनने जा रहे हैं अगले सत्संग, जो कि हमें व्हाट्सएप पर ऑडियो फाइल्स के रूप में प्राप्त हुए हैं। संगत जी के मोबाइल के लास्ट 4 डिजिट्स हैं 6045। जय गुरुजी महाराज। अनंतम अनंतम शुक्राना गुरुजी महाराज। जय गुरुजी, शुक्राना गुरुजी। गुरुजी, मैं आपका दिल से शुक्राना करती हूँ। थैंक यू गुरुजी फॉर एवरीथिंग। थैंक यू गुरुजी फॉर बीइंग देयर विद मी। थैंक यू गुरुजी, मुझे हर एक छोटी, जहाँ मैं भटक जाती हूँ, जहाँ मैं सोचने लग जाती हूँ, जहाँ मैं दुखी हो जाती हूँ, आप कुछ ना कुछ अपना मौजूदगी दिखा के मुझे एक आश्वासन और खुशी दे देते हो। थैंक यू गुरुजी, थैंक यू वेरी मच। थैंक यू फॉर बीइंग देयर विद मी। गुरुजी, हमेशा मेरे साथ रहना। और आपके सत्संग सुनते ही मुझे ऐसे लगता है ये तो मेरी आप बीती है। जब मैं संगत जी के सत्संग सुनती हूँ तो ये मुझे लगता है ये तो मेरी आप बीती है। आप मुझे हर एक चीज़ का जवाब दे देते हैं जो मुझे ऐसे, जो मेरे साथ जिस परेशानी में मैं होती हूँ, आपने मुझे कई अपने इशारे दिए कि मैं हूँ तेरे साथ कई चीज़ों में। थैंक यू गुरुजी। मैं शुक्राना गुरुजी आपका, हमेशा मुझे अपने साथ जोड़े रखना। थैंक यू सो मच। मैं अब अपना शुक्राना सत्संग मंत्र जाप के साथ ओम नमः शिवाय, शिवजी सदा सर्वदा। जय गुरुजी संगत जी। गुरु प्यारी संगत जी, अब आप सुनने जा रहे हैं आंटी जी का अगला सत्संग। जय गुरुजी, शुक्राना गुरुजी। गुरुजी, ये मेरा पहला शुक्राना सत्संग है। मैं आपका तहे दिल से शुक्राना करना चाहती हूँ। आपने मुझे बहुत संभाला है। आपने मुझे तितली रूप में दर्शन, ब्लेसिंग नंबर्स रूप में दर्शन दिए हैं। 77, 55, 66, 33, 13, 7 नंबर की ब्लेसिंग, ये सब आपने मुझे दी है। गुरुजी, प्लीज़ मुझे अपने साथ हमेशा जोड़े रखना, कनेक्टेड रखना। आपने मुझे अपनी मुट्ठी भर संगत चुना है, उसके लिए कोटि कोटि धन्यवाद। गुरुजी, प्लीज़ मेरे परिवार पे अपना कृपा बनाए रखना। सबको सुरक्षा कवच अपना दिए रखना। थैंक यू गुरुजी, थैंक यू फॉर एवरीथिंग। मैं अपना सत्संग यहीं विराम करना चाहती हूँ और अगले शुक्राना सत्संग के साथ फिर हाजिर होंगी। जय गुरुजी, शुक्राना गुरुजी। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी संगत जी। गुरु प्यारी संगत जी, अब आप सुनने जा रहे हैं आंटी जी का अगला सत्संग। गुरुजी का मेरा शुक्राना सत्संग आज का। मैं कब से ऑटो ढूंढ रही थी, मुझे ऑटो नहीं मिल रहा था नेहरू जाने के लिए। मैंने प्रेयर की, गुरुजी प्लीज़ मेरे को ऑटो दिला दो। तो ऑटो भी संगत जी किस नंबर का, 1377। जय गुरुजी, शुक्राना गुरु। शुक्राना गुरुजी महाराज। अनंतम अनंतम शुक्राना गुरुजी महाराज। जय जय गुरुजी महाराज। गुरु प्यारी संगत जी, आप सभी संगत परिवार का भी शुक्राना।
आप सभी संगत जी सत्संग के अंत तक बने हुए हैं। हमें पूरा विश्वास है संगत जी, गुरु जी महाराज की पावन ब्लेसिंग्स, संकेत, संदेश आप सभी संगत परिवार तक जरूर पहुंचे हैं। गुरु जी महाराज के महामंत्र जाप के साथ आज के इस सत्संग का यहीं विराम करेंगे संगत जी। आप सभी संगत जी से फिर से मुलाकात होगी 7 PM रिटर्न सत्संग चैनल में। जय गुरु जी महाराज। अनंतम अनंतम शुक्राना गुरु जी महाराज। ओम नमः शिवाय। शिवजी सदा सहाय। ओम नमः शिवाय। गुरु जी सदा सहाय। ओम नमः शिवाय। शिवजी सदा सहाय। ओम नमः शिवाय। गुरु जी सदा सहाय। ओम नमः शिवाय। शिवजी सदा सहाय। ओम नमः शिवाय। गुरु जी सदा सहाय। जय गुरु जी महाराज। अनंतम अनंतम शुक्राना गुरु जी महाराज।